वाहिगुरू जी का खालसा वाहिगुरू जी का खालसा वाहिगुरू जी की फतेह। फतेह जी। ਤੇ ਜੀ ਹਰ ਸੰਡੇ ਦੀ ਤਰ੍ਹਾਂ ਅਸੀਂ ਇਸ ਐਤਵਾਰ ਨੂੰ ਵੀ ਸਾਂਝ ਕਰ ਰਹੇ ਹਾਂ ਗੁਰਬਾਣੀ ਦਾ ਸ਼ਬਦ ਮਾਨਸ ਖਾਣੇ ਕਰੇ ਨਿਵਾਜ। ਤੇ ਬਹੁਤ ਵਧੀਆ ਚੋਣ ਕੀਤੀ ਹੈ ਜੀ ਵੀਰ ਗੁਰਵਿੰਦਰ ਸਿੰਘ ਜੀ ਨੇ, ਜਿਹੜਾ ਸਾਨੂੰ ਅੱਜ ਇਸ ਸ਼ਬਦ ਦੇ ਥਰੂ ਲੈ ਕੇ ਚੱਲਣਗੇ। ਇਹਦਾ ਭਾਵ, ਇਹਦਾ ਅਰਥ ਸਾਡੀ ਜੀਵਨ ਸ਼ੈਲੀ 'ਚ ਕਿਵੇਂ ਉਤਰਦਾ ਹੈ, ਉਹਦਾ ਪੂਰਾ ਵੇਰਵਾ ਵੀਰ ਜੀ ਸਾਨੂੰ ਦੇਣਗੇ। ਤੇ ਵੀਰ ਜੀ ਅਸੀਂ ਕਲਾਸ ਸਟਾਰਟ ਕਰਦੇ ਹਾਂ, ਸੈਸ਼ਨ ਸਟਾਰਟ ਕਰਦੇ ਹਾਂ। ਓਵਰ ਟੂ ਯੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ, ਸ਼ੁਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੇ ਬਖਸ਼ਿਸ਼ ਕੀਤੇ ਹੋਏ ਸਮੇਂ ਦੇ ਸਦਕਾ ਜ਼ਿੰਦਗੀ ਦੇ ਵਹਿੰਦੇ ਹੋਏ ਵੇਣ ਦੇ ਵਿੱਚੋਂ ਅੱਜ ਦੀ ਇਹ ਸ਼ਾਮ ਅਸੀਂ ਸਾਰੇ ਹੀ ਮਿਲ ਕੇ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜ ਕੇ ਇਸ ਸ਼ਾਮ ਨੂੰ ਸੁਹਾਵਣਾ ਸਫਲਾ ਕਰਨ ਦਾ ਯਤਨ ਕਰ ਰਹੇ ਹਾਂ। ਅੱਜ ਦਾ ਜਿਹੜਾ ਟੌਪਿਕ ਹੈ ਉਹ ਪਾਵਨ ਬਾਣੀ ਆਸਾ ਕੀ ਵਾਰ ਦੇ ਵਿੱਚੋਂ ਹੈ, ਮਾਨਸ ਖਾਣੇ ਕਰੇ ਨਿਵਾਜ। ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਲੋਕ ਆਸਾ ਕੀ ਵਾਰ ਦੇ ਵਿੱਚ ਦਰਜ ਹੈ। ਆਸਾ ਕੀ ਵਾਰ ਉਹ ਬਾਣੀ ਹੈ ਜਿਸ ਬਾਣੀ ਦੇ ਨਾਲ ਸਾਡਾ ਰੋਜ਼ਾਨਾ ਦੀ ਸਾਂਝ ਹੈ, ਜਿਸ ਨੂੰ ਗੁਰੂ ਸਾਹਿਬ ਨੇ ਮਰਿਆਦਾ ਦੇ ਤਹਿਤ ਸਾਡੇ ਨਿਤਨੇਮ ਦੇ ਵੀ ਸ਼ਾਮਲ ਕਰਕੇ ਬਾਣੀ ਦੇ ਨਾਲ ਜੋੜ ਕੇ ਸਾਡੇ ਜੀਵਨ ਦੇ ਵਿੱਚੋਂ ਵਹਿਮ ਭਰਮ, ਇਹਨਾਂ ਤਮਾਮ ਅਗਿਆਨਤਾ ਦੇ ਹਨੇਰਿਆਂ ਨੂੰ ਦੂਰ ਕਰਕੇ ਸੱਚ ਦਾ ਚੰਦਰਮਾ, ਗਿਆਨ ਦਾ ਸੂਰਜ ਚੜ੍ਹ ਕੇ ਵਹਿਮਾਂ ਭਰਮਾਂ ਦੇ ਛੋਟੇ ਛੋਟੇ ਤਾਰਿਆਂ ਨੂੰ ਦੂਰ ਕਰ ਦਿੱਤਾ। ਰੋਜ਼ਾਨਾ ਸਿੱਖ ਆਸਾ ਕੀ ਵਾਰ ਦੀ ਬਾਣੀ ਸੁਣਦਾ ਹੈ, ਪਰ ਇਸ ਬਾਣੀ ਦੇ ਵਿੱਚੋਂ ਜਿਹੜੇ ਸਾਨੂੰ ਸੁਨੇਹੇ ਮਿਲਦੇ ਨੇ, ਉਹਨਾਂ ਸੁਨੇਹਿਆਂ ਨੂੰ ਕਦੀ ਅਸੀਂ ਆਪਣੇ ਕੰਨਾਂ ਤੱਕ ਨਹੀਂ ਪਹੁੰਚਾਇਆ। ਬਾਣੀ ਦੇ ਬੋਲ ਸ਼ਬਦ ਤੇ ਪਹੁੰਚੇ, ਸ਼ਬਦ ਦੇ ਵਿੱਚ ਜਿਹੜਾ ਪਾਇਆ ਹੋਇਆ ਗਿਆਨ ਦਾ ਖਜ਼ਾਨਾ, ਸ਼ਬਦ ਦੇ ਵਿੱਚ, ਸ਼ਬਦ ਦੇ ਭਾਂਡੇ ਵਿੱਚ ਪਾਈ ਹੋਈ ਸੱਚ ਦੀ ਖੁਰਾਕ, ਸ਼ਬਦ ਦੇ ਭਾਂਡੇ ਦੇ ਵਿੱਚ ਪਾਇਆ ਹੋਇਆ ਉਹ ਰੱਬੀ ਜੀਵਨ, ਉਹ ਸਾਡੇ ਕੰਨਾਂ ਤੱਕ ਨਹੀਂ ਪਹੁੰਚਿਆ। ਜੇ ਕੰਨ ਤੱਕ ਨਹੀਂ ਪਹੁੰਚਿਆ ਤੇ ਫਿਰ ਮਨ ਤੱਕ ਵੀ ਨਾ ਪਹੁੰਚ ਸਕਿਆ। ਇੱਕ ਸਫ਼ਰ ਤੈਅ ਕਰਨਾ ਸੀ ਕੰਨ ਤੋਂ ਲੈ ਕੇ ਮਨ ਤੱਕ ਦਾ। ਅੱਜ ਦਾ ਜਿਹੜਾ ਪਾਵਨ ਸ਼ਲੋਕ ਹੈ, ਪਿਛਲੇ ਐਤਵਾਰ ਅਸੀਂ ਵਿਚਾਰਿਆ ਗੁਰੂ ਨਾਨਕ ਸਾਹਿਬ ਜੀ ਦੀ ਜਪਜੀ ਸਾਹਿਬ ਬਾਣੀ ਦੇ ਵਿੱਚੋਂ ਅਸੰਖ ਗਲ ਵੱਡ ਹੱਤਿਆ ਕਮਾਹੇ। ਉਹ ਸੀ ਸਾਡੇ ਜੀਵਨ ਦੇ ਅੰਦਰ ਜਦੋਂ ਮਨ ਸੱਚ ਤੋਂ ਦਰਕਿਨਾਰਾ ਕਰ ਜਾਂਦਾ ਹੈ, ਇਹ ਬੁਰਾਈ ਵੱਲ ਮੂੰਹ ਕਰ ਲੈਂਦਾ ਹੈ। ਚੰਗਿਆਈ ਆਲਕ ਕਰੇ ਬੁਰਾਈ ਹੋਏ ਸ਼ੇਰ, ਤੇ ਐਸੇ ਚੰਗੇ ਚੰਗੇ ਖਿਆਲਾਂ ਦਾ ਮੰਨ ਲਓ ਵੀ ਇਹ ਗੱਲ ਵੱਢ ਜਾਂਦਾ ਹੈ। ਇੱਕ ਤੇ ਮਨ ਕਰਕੇ ਆ, ਪਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜੇ ਬਾਹਰ ਦੀ ਦੁਨੀਆ ਵਿੱਚ ਵੀ ਵੇਖੀਏ ਪਤਾ ਨਹੀਂ ਲੱਗਦਾ। ਰੋਜ਼ ਅਸੀਂ ਨਹੀਂ ਵੇਖਦੇ ਵੀ ਗੱਲ ਕਿੰਨੇ ਕੁ ਵੱਡੇ ਜਾ ਰਹੇ ਨੇ, ਪਰ ਬਾਬਾ ਨਾਨਕ ਕਹਿੰਦਾ ਅਸੰਖ। ਉਹ ਕੀ ਕਹਿਣ ਦਾ ਭਾਵ ਸੀ, ਉਹ ਅੱਜ ਦੇ ਸ਼ਲੋਕ ਦੇ ਨਾਲ ਆਪਾਂ ਉਸ ਨੂੰ ਵੀ ਥੋੜਾ ਜਿਹਾ ਹੋਰ ਸਮਝਾਂਗੇ। ਅੱਜ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਜੋ ਆਸਾ ਕੀ ਵਾਰ ਪੜ੍ਹੀਏ, ਕਿਸੇ ਆਮ ਲੋਕਾਂ ਨੂੰ ਮੁਖਾਤਬ ਨਹੀਂ ਕੀਤਾ ਬਾਬੇ ਨਾਨਕ ਨੇ। ਇਸ ਪਾਵਨ ਸ਼ਲੋਕ ਦੇ ਅੰਦਰ ਇੱਕ ਪੰਕਤੀ ਆਉਂਦੀ ਹੈ, ਉਹ ਪੰਕਤੀ ਨੂੰ ਆਪਾਂ ਜੇ ਸਮਝ ਲਵਾਂਗੇ, ਉਸ ਪੰਕਤੀ ਨੂੰ ਕੇਂਦਰ ਸਮਝ ਲਓ ਵੀ ਇਸ ਸ਼ਲੋਕ ਦਾ, ਤੇ ਸਾਡੇ ਸਾਹਮਣੇ ਉਹ ਸਾਰੀ ਤਸਵੀਰ ਕਲੀਅਰ ਹੋ ਜਾਏਗੀ ਕਿ ਗੁਰੂ ਨਾਨਕ ਸਾਹਿਬ ਕਹਿਣਾ ਕੀ ਚਾਹੁੰਦੇ ਹੋ। ਸ਼ਬਦ ਕੀ ਵਰਤਿਆ? ਪਹਿਲੀ ਪੰਕਤੀ ਹੈ ਜੀ, ਮਾਨਸ ਖਾਣੇ ਕਰਹਿ ਨਿਵਾਜ।
ਜਿਹੜਾ ਬੰਦਾ ਨਮਾਜ਼ ਪੜ੍ਹਦਾ ਉਹਨੂੰ ਅਸੀਂ ਧਰਮੀ ਕਹਿੰਦੇ ਆ। ਜਾਂ ਸਾਡੇ ਗੁਰਦੁਆਰਾ ਸਾਹਿਬ ਆ ਕੇ ਬਾਣੀ ਪੜ੍ਹੇ, ਨਿਤਨੇਮ ਕਰੇ ਤੇ ਸਾਡੇ ਲਫ਼ਜ਼ ਨੇ, ਪੈਰਾਮੀਟਰ ਨੇ, ਧਰਮੀ ਹੈ। ਪਰ ਗੁਰੂ ਨਾਨਕ ਸਾਹਿਬ ਸਾਨੂੰ ਕੋਈ ਹੋਰ ਤਸਵੀਰ ਵਿਖਾਣਾ ਚਾਹੁੰਦੇ ਨੇ। ਸਤਿਗੁਰ ਕਹਿ ਲਗੇ ਤੂੰ ਧਰਮ ਨੂੰ ਸਮਝ ਲੈ, ਭੁਲੇਖਾ ਨਾ ਖਾ। ਆਪਾਂ ਸ਼ੁਰੂਆਤ ਕਰੀਏ। ਇਹ ਜਿਹੜਾ ਸ਼ਲੋਕ ਹੈ ਜੀ, ਇਹਨਾਂ ਸ਼ਬਦਾਂ ਦੇ ਕੇਂਦਰ ਹੈ, ਜਿਸ ਨੂੰ ਇਸ ਸ਼ਲੋਕ ਵਿੱਚ ਕਿਹਾ ਜਾ ਰਿਹਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਆ ਪਤਾ ਘਟਨਾ ਕਿਉਂ ਵਾਪਰ ਗਈ, ਕੀ ਕੁਝ ਵਾਪਰਿਆ ਇਹਦੇ ਪਿੱਛੇ। ਧਰਮ ਜਿਸ ਨੂੰ ਗੁਰਬਾਣੀ ਨੇ ਕਿਹਾ ਹੋਵੇ ਧਰਮ ਦੇ ਨਾਲ ਤੇ ਬੰਦੇ ਦੀ ਜਨਮ ਤੋਂ ਹੀ ਸਾਂਝ ਹੈ। ਇੱਕ ਗੱਲ ਹੋਰ ਆਪਾਂ ਇੱਥੇ ਵਿਚਾਰ ਲਈਏ। ਰੱਬ ਨੇ ਰੱਬੀ ਨਿਯਮਾਵਲੀ ਦੇ ਵਿੱਚ, ਕੁਦਰਤ ਦੇ ਵਿੱਚ ਆ ਜੀਵ ਇਨਸਾਨ ਬਣਿਆ। ਕੁਦਰਤ ਨੇ ਨਾ ਤੇ ਹਿੰਦੂ ਬਣਾਇਆ, ਨਾ ਮੁਸਲਮਾਨ, ਨਾ ਜੈਨੀ, ਨਾ ਬੋਧੀ, ਨਾ ਪੰਜਾਬੀ, ਕੁਛ ਕੁਦਰਤ ਨੇ ਨਹੀਂ। ਕੁਦਰਤ ਨੇ ਕੇਵਲ ਇਨਸਾਨ ਬਣਾਇਆ ਤੇ ਕੁਦਰਤ ਦਾ ਜਿਹੜਾ ਨਿਯਮ ਹੈ, ਕੁਦਰਤੀ ਜਿਹੜਾ ਧਰਮ ਹੈ, ਉਹ ਇਨਸਾਨੀਅਤ ਹੈ। ਰੱਬੀ ਧਰਮ ਰੱਬ ਨੇ ਇਨਸਾਨ ਬਣਾਇਆ, ਰੱਬੀ ਮਰਿਆਦਾ ਵਿੱਚ ਇਨਸਾਨ ਦਾ ਜੀਵਨ ਬਣਿਆ, ਸਿਰਜਿਆ। ਇਨਸਾਨੀਅਤ ਰੱਬੀ ਨਿਯਮ ਹੈ। ਹੁਣ ਸਤਿਗੁਰ ਕਹਿਣ ਲੱਗੇ ਉਹ ਇਨਸਾਨੀਅਤ ਦਾ ਧਰਮ, ਇਨਸਾਨੀਅਤ ਪ੍ਰਤੀ ਆਪਣੇ ਫਰਜ਼ਾਂ ਨੂੰ ਪਹਿਚਾਨਣਾ, ਉਹਦੇ ਪ੍ਰਤੀ ਆਪਣੇ ਜੀਵਨ ਵਿੱਚ ਸੱਚ ਲੈ ਕੇ ਆਉਣਾ। ਦੋ ਚੀਜ਼ਾਂ, ਇੱਕ ਬੰਦੇ ਦੀ ਕਰਤਾਰੀ ਬਿਰਤੀ, ਇੱਕ ਬੰਦੇ ਦੀ ਵਿਕਾਰੀ ਬਿਰਤੀ। ਫਿਰ ਦੁਹਰਾਵਾਂ, ਇੱਕ ਬੰਦੇ ਦੀ ਕਰਤਾਰੀ ਬਿਰਤੀ ਔਰ ਇੱਕ ਬੰਦੇ ਦੀ ਵਿਕਾਰੀ ਬਿਰਤੀ। ਕਰਤਾਰੀ ਬਿਰਤੀ ਕੀ ਸੀ? ਕਰਤਾਰੀ ਬਿਰਤੀ ਵਿੱਚ ਚੰਗੇ ਚੰਗੇ ਰੱਬੀ ਗੁਣਾਂ ਦੀ ਸੰਭਾਲ ਕਰਕੇ, ਉਹਦੇ ਵਿੱਚੋਂ ਫਰਜ਼ਾਂ ਦੀ ਪਹਿਚਾਨ ਕਰਕੇ ਉਹਨੂੰ ਧਰਮ ਦੀ ਵਾਰ ਦੇਣੀ ਸੀ। ਉਹ ਸੀ ਕਰਤਾਰੀ ਬਿਰਤੀ। ਜਿਸ ਬਿਰਤੀ ਵਿੱਚ ਗੁਣ ਨੇ, ਜਿਸ ਬਿਰਤੀ ਵਿੱਚ ਚੰਗਿਆਈਆਂ ਨੇ, ਜਿਸ ਬਿਰਤੀ ਵਿੱਚ ਪਰਉਪਕਾਰ ਹੈ, ਜਿਸ ਬਿਰਤੀ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਹੈ। ਦੂਜੀ ਬਿਰਤੀ ਸੀ ਵਿਕਾਰੀ ਬਿਰਤੀ। ਵਿਕਾਰੀ ਬਿਰਤੀ ਵਿੱਚ ਕੀ? ਉਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਾ, ਦ્વੈਸ਼, ਇਹ ਚੀਜ਼ਾਂ ਸਾਰੀਆਂ ਵਿਕਾਰੀ ਬਿਰਤੀ ਚ ਨੇ। ਹੁਣ ਬੰਦੇ ਦਾ ਸੁਭਾਅ ਰਿਹਾ, ਜਿੰਨਾ ਇਹਨੇ ਕੁਦਰਤੀ ਬਿਰਤੀ, ਕਰਤਾਰੀ ਬਿਰਤੀ ਵੱਲ ਰੁਖ ਕਰਨਾ ਹੀ, ਉਹਨਾਂ ਇਹ ਕਰਤਾਰੀ ਬਿਰਤੀ ਵੱਲ ਰੁਖ ਨਾ ਕਰਕੇ ਇਹ ਵਿਕਾਰੀ ਬਿਰਤੀ ਵੱਲ ਰੁਖ ਕਰ ਗਿਆ। ਗੁਰਬਾਣੀ ਨੇ ਕਿਹਾ ਵੀ ਭਲਿਓ ਧਰਮ ਦੀ ਸਾਂਝ ਤੇ ਸਾਡੇ ਨਾਲ ਜਨਮ ਤੋਂ, ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ। ਜਿਸ ਨੂੰ ਕਹਿ ਦਿੱਤਾ ਜਪਜੀ ਸਾਹਿਬ ਦੇ ਵਿੱਚ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਇਸ ਤੋਂ ਦੂਰ ਹੋ ਹੀ ਨਹੀਂ ਸਕਦਾ। ਰੱਬੀ ਹੁਕਮ, ਰੱਬੀ ਨਿਯਮਾਵਲੀ, ਰੱਬੀ ਕੁਦਰਤੀ ਸਿਸਟਮ, ਇਹ ਜਨਮ ਲੈਂਦਿਆਂ ਸਾਰ ਸਾਡੇ ਤੇ ਲਾਗੂ ਹੋ ਜਾਂਦਾ ਹੈ। ਉਹਦੇ ਵਿੱਚ ਸਾਡਾ ਜੀਵਨ ਪਨਪਦਾ। ਉਸ ਸਿਸਟਮ ਵਿੱਚ ਬੱਝੇ ਰਹਿਣਾ, ਕੁਦਰਤ ਦੇ ਗੁਣਾਂ ਨਾਲ ਸਾਂਝ ਪਾ ਕੇ ਰੱਖਣਾ, ਧਰਮੀ ਬਣਨਾ। ਜੀਵਨ ਦੇ ਵਿੱਚ ਇੱਕ ਕਦਮ ਚੁੱਕਣਾ, ਉਹ ਬਿਰਤੀ ਨੂੰ ਸੰਭਾਲ ਕੇ ਰੱਖਣਾ ਜਿਸ ਬਿਰਤੀ ਵਿੱਚੋਂ ਗੁਣਾਂ ਦੀ ਖੁਸ਼ਬੂ ਆਉਂਦੀ ਹੋਵੇ। ਕਹਿੰਦੇ ਕਿ ਧਰਮ ਦੀ ਤੇ ਸਾਂਝ ਸਾਡੇ ਨਾਲ ਇੰਨੀ ਪਿਆਰੀ ਸੀ। ਸਾਡਾ ਗੁਰਬਾਣੀ ਨੇ ਤੇ ਕਹਿਤਾ ਭਲਿਓ ਜੀਵਨ ਇੱਕ ਧਰਤੀ, ਉਹ ਜੀਵਨ ਧਰਤੀ ਜਿਸ ਨੂੰ ਬਾਬਾ ਨਾਨਕ ਕਹਿੰਦਾ ਹੋਵੇ ਮੈਂ ਜੀਵਨ ਦੀ ਧਰਤੀ ਨੂੰ ਧਰਮਸ਼ਾਲ ਬਣਾ ਦੇਣਾ ਚਾਹੁੰਦਾ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਧਰਮ ਲਫ਼ਜ਼ ਬਹੁਤ ਪਿਆਰਾ ਹੈ। ਧਰਮ ਦੀ ਆਪਣੀ ਬਹੁਤ ਮਹਾਨਤਾ, ਪਰ ਧਰਮ ਆ ਨਹੀਂ ਜਿਹੜੇ ਬੰਦੇ ਨੇ ਬਣਾ ਦਿੱਤੇ, ਕੋਈ ਚੰਦ ਧੜਿਆਂ ਦਾ ਨਾਮ, ਇਹ ਕੋਈ ਹਿੰਦੂ, ਕੋਈ ਇਸਲਾਮ, ਇਹ ਕੋਈ ਜੈਨੀ, ਬੋਧੀ, ਕੋਈ ਸਿੱਖ ਧਰਮ, ਇੱਕ ਵਿਚਾਰਧਾਰਾ। ਉਸ ਨੂੰ ਕਿਹਾ ਗਿਆ ਵੀ ਨਹੀਂ ਭਲਿਓ ਆਹ ਧਰਮਾਂ ਦੀ ਬਾਤ ਨਹੀਂ ਹੈ। ਦਰਅਸਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਮਤਿ ਦੇ ਘਰ ਦੇ ਵਿੱਚ ਗਿਆਨ ਦਾ ਚਾਨਣ ਬਖਸ਼ਦੇ ਕਹਿੰਦੇ ਨੇ, ਏਕੋ ਧਰਮ ਦ੍ਰਿੜੈ
सच कोई भी बंदा आके जे सच नूं दृढ़ करके जीवन जिउंदा है ते सच ही सबना दे लई एक सांझा धर्म है। ਉਹਦੇ ਵਿੱਚ ਕੋਈ ਪੈਰਾਮੀਟਰ नहीं है। सच कमाउण दे लई किसे लई कोई पाबंदियां नहीं, कोई हद बनना नहीं। मुसलमान ने इन्ना कमाउणा, इस तरीके दे नाल कमाउणा, हिंदू ने इस तरीके नाल कमाउणा, सिख ने इस तरीके दे नाल। सच दे लई कमाउण दे लई कोई पैरामीटर नहीं। सच नूं हंडाया जांदा, कोई भी हंडा सकदा। ਉਹ ਸਾਂਝਾ ਧਰਮ ਮਾਨਵਤਾ ਦਾ। ਹੁਣ जिस नूं इन्ना उच्चा दर्जा दिता होवे, जिस नूं गुरबाणी ने क्या भी भलियो नानक जी उपाय कह लिख नावे धर्म बहालिया। जिस धर्म नूं एक जिम्मेवारी दे दी, जिसनूं एक न्याय की कुर्सी ते बिठा दिता गया भी भलियो तेनू मैं कुर्सी ते बिठा के एक जिम्मेवारी दे लगा भी तेरे दर ते तेरे दरम्यान तेरे दायरे विच की होना वा, उथे सच्चे ही सच निबड़े चुणवख कटे जजमालिया। आ सी धर्म। धर्म करे जड़ा धर्म कमाउंदा है ओदा नाम धर्मी पै जांदा है। पाप कमाना है पापी जानिए। गुरु साहब कह लगे उसनूं क्योंकि कुर्सी ते बिठाया गया है, ओदे उत्ते जिम्मेवारियां लाइया गईयां ने ते जिम्मेवारी लै जे एक राजा किसी तखत ते बैठा है तो ओदा फर्ज बनदा है राजे चुली न्याम की, ओ न्याय करे। जे न्याय नहीं करदा ते राजा कादा? धर्म ते ओ सी। ਤਾਂ सतगुर ने गुरबाणी ने गुरु नूं धर्म की संज्ञा दी है। क्यों? क्योंकि धर्म उथे सच्चे ही सच निबड़े चुणवख कटे जमालिया। थाओ ना पायन कूड़ियार मोकाले दोजक चालिया। उथे कूड़ वालियां नूं कोई थां कोई नहीं गी। धर्म सच नूं सच कहंदा है, बगले नूं बगला कहंदा है, हंस नूं हंस कहंदा है। तां ही धर्म धरती शरीर उसनूं धरती की संज्ञा दी गई है। गुरु भी सच नूं सच कहंदा है। पर जड़े धर्म का इन्ना सोहना स्वरूप सी, जड़े धर्म ने जीवन सुधारना सी, जिस नियमां दे विच रह के बंदे ने कुदरती करतारी बिरती दा बन के उस करतार दे निरंकार दे देश जाना सी। होया कि जदों सतगुर इत्थे पहुंचे ना अपने जीवन के दरम्यान आ पावन बचना ते आके कहने लगे भलियो सुचेत हो जाओ। धर्म के नां ते तुहानू बड़ा गुमराह किया जाएगा। धर्म की परिभाषा इत्थे आके बिल्कुल बदल गई। लोगों ने धर्म नू अपने फायदे लई अपने आप लई वरतना शुरू कर दिता। वो की सी? वो धर्म जिहड़ा कुदरती धर्म सी। गुरु नानक साहब कहने लगे मैं तकदा ओनू बंदियां ने चंद निशानियां ते लिया के खड़ा कर दिता। बस जड़ा जीवन दे विच होना सी, जड़ा जीवन दे विच होना सी, जड़ा धर्म बिरती दे विच होना सी, जड़ा धर्म सोच विच होना सी, वो किथे तन ते आ गया। रूप रेखा बदल गई। फिर गुरु नानक साहब सुचेत करते हैं भी नहीं ये चीज नहीं। हुण इहदे विच श्लोक भी जिहड़ी गल कीती जा रही, सतगुरु मुस्कुरांदे ने, मुस्कुरा के कहंदे ने ओ धर्मियो जड़े तुसी अडंबर करदे हो धर्म दे नां ते, दरअसल ये धर्म है कोई नहीं। धर्म ते खंभ ला के उड़ गया, कुदरत दे नियम तुसी कतल कर छड़े ने। सच ते है कोई नहीं ते सच धर्म सी। सच दी थां कौन आ गया? सतगुर दी गुरबाणी कहंदी है कूड़ अमावस सच चंद्रमा दिसै नाही कह चढ़िया। कूड़ दी काली बोली हनेरी रात जीवन विच आ गई। मता सोचो भी सूरज डुबण तो बाद कोई रात आ चिट्टियां चलदियां होइयां लाइटां दे दरम्यान भी इन्नी रोशनी दे बाद भी साडे जीवन दे विच कालियां बोलियां रातां ने। गुरबाणी ने कहता ना
जे सो चंदा उगवे सूरज चढ़े हजार, ते चानण होंदे आ। इन्ना चानण फिर भी जीवन दे विच कूड़ अमावस बनी हुई है। जीवन दे विच सच दा चंद्रमा दिसदा ही कोई नहीं का चढ़िया होया। गुरबाणी ने कह दिता, सतगुरु गुरु नानक साहब कहते ने, काजियां बामणा की गल ठगी, अगद पड़े शैतान वे लालो। कूड़ फिर प्रधान वे लालो, कूड़ प्रधान बन के बह गया। हुण लब पाप दे राजा मेहता, कूड़ हुआ सिकदार, अंधी रईयत ज्ञान विहूणी, भाए परे मुरदार। ज्ञानी नच्चे वाजा वावे, रूप करे शिंगार। इथे सतगुरु ने गुरबाणी विच आसा की वार विच आ भुलेखे दूर कीते। विचारे बन्ने एक जो धर्म सी, सच सी, वो किन्ना दूर चला गया। वो सच दी थां कूड़ ने लै लई, ते कूड़ नूं लुका के ओदे ते धर्म दा एक वेखो, बंदा जे किसी ने साफ कपड़े पाए होण ना, साफ कपड़े, जिदे मन दे विच शंका है, जिदे मन दे विच ईर्खा है, वो कहंदा है मैं ओदे वर्गे साफ कपड़े कर लग्या ते बहुत टाइम लगेगा मैनू, पर जे मेरे कपड़े मैले ने ते मैं दूजे दे मैले ते कर सकदा, जे अपने साफ नहीं कर सकदा ओदे मैले ते कर सकदा। क्योंकि ओदे मैले कपड़े, ओदे साफ कपड़े मैले कर लग्या मैनू टाइम नहीं लगना, पर अपने मैले साफ कर लग्या मैनू टाइम लग जाना। सतगुरु दी गुरबाणी कहंदी है, जीवन दे विच मैल सी, जीवन विच कूड़ सी, पर लोकां ने ओ धर्म दा चोला पा के अपने आप दे पर्दे कज ले। होया कि सतगुरु दी गुरबाणी दा अज दा फैसला, ये अज दा घेरा वेखिया जे, अज दा जिस बाबे नानक ने आम भोली भाली लोकाई नूं नहीं, साडे वर्गे धर्म दे स्थानां ते रहण वाले, धर्म दे ठेकेदार कहाउण वालियां नूं सुचेत कीता। ਜਿਹੜੇ लोग धर्म ਦੀਆਂ ਗੱਲਾਂ ਕਰਦੇ ਨੇ, ਜਿਹੜੇ ਕਹਿੰਦੇ ਨੇ ਅਸੀਂ ਧਰਮੀ ਆ, ਸਾਨੂੰ ਪਤਾ ਹੈ ਰੱਬ ਦੇ ਘਰ ਦੀਆਂ ਗੱਲਾਂ, ਸਾਨੂੰ ਪਤਾ ਹੈ ਰੱਬੀ ਜੀਵਨ ਕਿਵੇਂ ਜੀਵਿਆ ਜਾਣਾ, ਸਾਨੂੰ ਪਤਾ ਹੈ ਸਮਾਧੀਆਂ ਕਿਵੇਂ ਲੱਗਣੀਆਂ ਨੇ, ਸਾਨੂੰ ਪਤਾ ਹੈ ਕਿਵੇਂ ਉੱਚੀਆਂ ਅਵਸਥਾ ਮਾਣੀਆਂ ਜਾਣੀਆਂ ਨੇ। ਬਾਬੇ ਨਾਨਕ ਨੇ ਸਾਰਿਆਂ ਦੇ ਪਰਦੇ ਉਘੇੜ ਦਿੱਤੇ। ਕਹਿਣ ਲੱਗੇ ਵੀ ਦੇਖੋ, ਜਦੋਂ ਬੰਦਾ ਨਮਾਜ਼ ਪੜ੍ਹਦਾ ਹੈ, ਬਾਬਾ ਨਾਨਕ ਕਹਿਣ ਲੱਗਾ ਵੀ ਨਹੀਂ, ਇਹ ਨਮਾਜ਼ ਪੜ੍ਹਦੇ ਕੇਵਲ ਇੱਕ ਫਿਰਕੇ ਦੀ ਗੱਲ ਨਹੀਂ, ਨਮਾਜ਼ ਪੜ੍ਹਨਾ ਕਿਸੇ ਖਾਸ ਫਿਰਕੇ ਦੀ नहीं, धर्म दे नां ते रब दी इबादत करनी। पर सतगुरु कहले कि हो की रहा है, मानस खाने करे निवाज, छुरी बगायन तिन गल ताग। मानस खाने, मानस खाने, हुण बंदा रोज देखो, असीं कहने असीं मांसाहारी नहीं आ, शाकाहारी हुंदे आ, असीं मांस नहीं खांदे, पर बाबा नानक कहता मैं देख रहा बंदे दा बंदा ही खाई जा रहे हो, तुसीं छड्डदे कुछ नहीं पे। मानस खाने करे निवाज, और निवाजा भी गुजारते पे ने, खुदा दे घर जाके रब दी इबादत भी करते पे ने। पर बाबा नानक कहते मैं तकदा जीवन ऐसा है कि सारा बंदा ही खा जा रहे। बंदे खाण दा भाव असंख गल वड हत्या कमाही, मानस खा जाना, मानवता नूं खा जाना, इंसानियत नूं खा जाना। अज साडे समाज विच बड़े ऐसे ने जिहड़े मानवता दे दुश्मन ने, जिहड़े इंसानियत नूं खत्म करना चाहुंदे ने। इंसानियत दे नां ते लड़ाइयां, धर्म दे नां ते दंगे, धर्म दे नां ते कौमां विच विवाद। पर सतगुर कहण लगे एवें दे बंदे भावां किसी भी धर्म स्थान ते जाण, किसी भी थां ते पहुंच जाण, मता सोचियो ये किते उच्चे मर्तबे वाले ने। दरअसल जीवन बहुत इन्हां दा नीवा। सतगुर दी गुरबाणी विचों वेखो भुलेखे, सतगुर दी बाणी कहंदी है तन चंदन मस्तक पाती, तन ते चंदन ला के, मथे ते तुलसी दे पत्ते रख के, रिद अंतर कर तल काती। पर हिरदे विच काती है, हिरदे विच छुरी है ईर्खा दी, हिरदे विच चलाक बिरती है।
ਹਿਰਦੇ ਵਿੱਚ ਚਲਾਕੀ ਦੀ ਕੈਂਚੀ ਚੱਲਦੀ ਹੈ। ਉਸ ਚਲਾਕੀ ਦੀ ਕੈਂਚੀ ਦੇ ਨਾਲ ਇਹ ਕਿੰਨਿਆਂ ਦੇ ਗਲ ਵੱਢਦਾ ਪਿਆ, ਕਿੰਨਿਆਂ ਦੇ ਗਲ ਵੱਢ ਕੇ ਹੱਤਿਆ ਕਮਾ ਰਿਹਾ, ਕਿਵੇਂ ਇਹ ਮਾਨਸ ਖਾ ਰਿਹਾ, ਇਹਦਾ ਅੰਦਾਜ਼ਾ ਕੋਈ ਲਾ ਹੀ ਨਹੀਂ ਰਿਹਾ। ਦਿਲ ਦਰਵਾਨੀ ਜੋ ਕਰੇ ਦਿਲਵੇਸ਼ੀ ਦਿਲਵੇਸ਼ੀ ਦਿਲਰਾਸ ਦਰਵੇਸ਼ੀ ਦਿਲਰਾਸ। ਸਤਿਗੁਰ ਦੀ ਗੁਰਬਾਣੀ ਕਹਿੰਦੀ ਹੈ ਬਾਹਰ ਦਿਸੇ ਚਾਨਾ ਦਿਲ ਅੰਧਿਆਰੀ ਰਾਤ। ਬਾਹਰੋਂ ਬੜੇ ਧਰਮ ਦੇ ਨਾਂ ਤੇ ਪਹਿਰਾਵੇ ਬਾਬੇ ਭਗਤ ਕਬੀਰ ਸਾਹਿਬ ਜੀ ਨੇ, ਭਗਤ ਕਬੀਰ ਸਾਹਿਬ ਨੇ ਉਸ ਸਮੇਂ ਦੇ ਲੋਕਾਂ ਦੇ ਪਾਜ ਉਗੇੜ ਦਿੱਤੇ ਜਿਹੜੇ ਕਹਿੰਦੇ ਸਨ ਵੀ ਬਨਾਰਸ ਦੀ ਧਰਤੀ ਸ਼ਿਵ ਦੀ ਧਰਤੀ, ਬਨਾਰਸ ਦੀ ਧਰਤੀ ਬੜੀ ਉੱਤਮ ਧਰਤੀ, ਬਨਾਰਸ ਦੀ ਧਰਤੀ ਤੇ ਜਿਹੜਾ ਵੀ ਆਉਂਦਾ ਹੈ ਸਮਝ ਲਓ ਸਿੱਧਾ ਪਿਸ਼ਟ ਸਿੱਧਾ ਸਵਰਗਾਂ ਵਿੱਚ ਚਲਾ ਜਾਂਦਾ ਹੈ। ਗੁਰੂ ਨਾਨਕ ਭਗਤ ਕਬੀਰ ਜੀ ਮਰਦ ਸੂਰਮੇ ਬਣ ਕੇ ਕਹਿਣ ਲੱਗੇ ਨਹੀਂ ਉਹ ਭਲਿਓ, ਦਰਅਸਲ ਗੱਲ ਧਰਤੀ ਦੀ ਨਹੀਂ ਕਰਦਾ, ਗੱਲ ਧਰਤੀ ਦੀ ਨਿਬੜਨੀ ਨਹੀਂ, ਗੱਲ ਧਰਤੀ ਦੀ ਨਹੀਂ ਹੈ ਵੀ ਇੱਥੇ ਕਿਹੜੇ ਦੇਵਤੇ ਦੀ ਧਰਤੀ ਹੈ, ਇਹ ਕਿਹਦੇ ਨਾਂ ਤੇ ਧਰਤੀ ਮਸ਼ਹੂਰ ਹੈ, ਗੱਲ ਤੇ ਜੀਵਨ ਦੀ ਧਰਤੀ ਦੀ ਹੈ ਵੀ ਜੀਵਨ ਦੀ ਧਰਤੀ ਵਿੱਚ ਸੱਚ ਦਾ ਬੀਜ ਹੈ ਕਿ ਨਹੀਂ, ਜੀਵਨ ਦੀ ਧਰਤੀ ਵਿੱਚ ਗਿਆਨ ਦਾ ਬੀਜ ਪਾਇਆ ਕਿ ਨਹੀਂ। ਉਦੋਂ ਭਗਤ ਕਬੀਰ ਸਾਹਿਬ ਕਹਿੰਦੇ ਕਿ ਮੈਂ ਦੇਖਦਾ ਹੁੰਦਾ ਕੀ ਹੈ, ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਬਗ। ਤੇ ਭਗਤ ਕਬੀਰ ਜੀ ਕਹਿੰਦੇ ਨੇ ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ। ਦੇਖੋ ਇਹ ਭਗਤ ਕਬੀਰ ਦਾ ਬਚਨ ਕਹਿ ਲਗੇ ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸੋ ਪੇਡਾ ਗਟਕਾਵੇਂ। ਐਵੇਂ ਦੇ ਲੋਕਾਂ ਨੂੰ ਮੈਂ ਧਰਮੀ ਨਹੀਂ ਬਣਦਾ ਜਿਹੜੇ ਆਮ ਟਹਿਣੀਆਂ ਦੀ ਗੱਲ ਨਹੀਂ, ਉਹ ਜੜ ਸਮੇਤ ਬੂਟਾ ਹੀ ਸਾਰਾ ਖਾ ਜਾ ਰਹੇ ਨੇ। ਡਾਲਾ ਸਿਓ ਪੇਡਾ, ਡਾਲ ਤੇ ਨਾਲ ਪੇੜ, ਟਹਿਣੀਆਂ ਸਮੇਤ ਬੂਟਾ ਖਾਈ ਜਾ ਰਹੇ ਨੇ। ਇਹ ਕਦੋਂ ਖਾਂਦਾ ਬੰਦਾ? ਜਦੋਂ ਬੰਦਾ ਆਪਣੀ ਚਲਾਕੀ ਦੇ ਨਾਲ ਸੱਚ ਤੋਂ ਦਰਕਿਨਾਰਾ ਹੋ ਕੇ ਠੱਗ ਬਿਰਤੀ ਬਣਾ ਕੇ, ਜਦੋਂ ਵਿਕਾਰੀ ਬਿਰਤੀ ਦੇ ਨਾਲ ਇਹ ਦੂਜਿਆਂ ਦੇ ਹੱਕ ਮਾਰਦਾ ਹੈ, ਦੂਜਿਆਂ ਦੇ ਬਾਹਰੋਂ ਦਰਅਸਲ ਠੱਗ ਜਿਹੜਾ ਨਾ ਠੱਗ, ਉਹ ਸਾਨੂੰ ਆਪਣਾ ਬੜਾ ਮਹਿਸੂਸ ਹੁੰਦਾ ਹੈ। ਠੱਗਿਆ ਬੰਦਾ ਕਦੀ ਬਹੁਤਾ ਰੋਲਾ ਨਹੀਂ ਪਾਉਂਦਾ। ਕਿਉਂ? ਕਿਉਂਕਿ ਠੱਗੇ ਜਾਣ ਦੇ ਵਿੱਚ ਉਹਦਾ ਵੀ ਕੋਈ ਆਪਣਾ ਕਸੂਰ ਹੁੰਦਾ ਹੈ। ਉਹਦਾ ਆਪਣਾ ਕੀ ਕਸੂਰ ਹੁੰਦਾ? ਲੋਕਾਂ ਨੇ ਕਹਿਣਾ ਵੀ ਤੂੰ ਦੀਆਂ ਗੱਲਾਂ 'ਚ ਕਿਉਂ ਆਇਆ, ਤੈਨੂੰ ਨਹੀਂ ਪਤਾ ਉਹ ਮਿੱਠੀਆਂ ਗੱਲਾਂ ਕਰ ਰਿਹਾ। ਉਹ ਇਸ ਕਰਕੇ ਆਪਣੇ ਪਰਦੇ ਵੀ ਛੁਪਾ ਲੈਂਦਾ ਹੈ। ਪਰ ਜਦੋਂ ਲੁੱਟਿਆ ਜਾਂਦਾ ਹੈ ਫਿਰ ਰੌਲਾ ਪਾਉਂਦਾ ਮੈਂ ਲੁੱਟਿਆ ਗਿਆ, ਮੇਰੀ ਚੋਰੀ ਹੋ ਗਈ। ਠੱਗ ਬੰਦਾ ਹਮੇਸ਼ਾ ਤੁਹਾਡੇ ਨਾਲ ਬੜੀਆਂ ਨਜ਼ਦੀਕੀਆਂ ਸਾਂਝ ਕਰੇਗਾ, ਤੁਹਾਡੇ ਬੜਾ ਨੇੜਾ ਹੋਏਗਾ, ਇਉਂ ਲੱਗੇਗਾ ਜਿਵੇਂ ਇਹ ਤੁਹਾਡਾ ਆਪਣਾ ਹੈ। ਪਰ ਠੱਗ ਕਦੀ ਵੀ ਕਿਸੇ ਦਾ ਹੁੰਦਾ ਕੋਈ ਨਹੀਂ। ਸਤਿਗੁਰ ਕਹਿਣ ਲੱਗੇ ਧਰਮ ਦੇ ਨਾਂ ਤੇ ਠੱਗੀਆਂ ਨੇ, ਧਰਮ ਦੇ ਠੇਕੇਦਾਰ ਅੱਜ ਠੱਗ ਬਣ ਗਏ। ਐਵੇਂ ਦਾ ਠੱਗ ਬਾਬੇ ਨਾਨਕ ਨੂੰ ਮਿਲਿਆ, ਉਹਨੇ ਵੀ ਧਰਮਸ਼ਾਲਾ ਬਣਾਈ, ਸਥਾਨ ਦਾ ਨਾਮ ਵੀ ਧਰਮਸ਼ਾਲਾ ਰੱਖਿਆ ਹੈ। ਗੁਰੂ ਬਾਬਾ ਕਹਿੰਦਾ ਨਹੀਂ ਭਲਿਆ, ਇਹ ਧਰਮਸ਼ਾਲਾ ਨਹੀਂ, ਇਹ ਤੇ ਕਤਲਗਾਹ ਹੈ। ਕੋਈ ਇੱਟਾਂ ਦੀ ਬਣਾਈ ਹੋਈ ਇਮਾਰਤ ਧਰਮ ਨਹੀਂ, ਧਰਮਸ਼ਾਲਾ ਨਹੀਂ, ਜੀਵਨ ਧਰਮਸ਼ਾਲਾ ਬਣੇ। ਇਹ ਜੀਵਨ ਧਰਮਸ਼ਾਲਾ ਵੀ ਬਣ ਸਕਦਾ ਹੈ, ਇਹ ਜੀਵਨ ਕਤਲਗਾਹ ਵੀ ਹੋ ਸਕਦਾ ਹੈ। ਇਹ ਮਨ, ਇਹ ਸੋਚ ਧਰਮਸ਼ਾਲਾ ਵੀ ਬਣ ਸਕਦੀ ਹੈ, ਇਹ ਸੋਚ ਕਤਲਗਾਹ ਵੀ ਬਣ ਸਕਦੀ ਹੈ। ਬਾਹਰਲੀਆਂ ਜਿੰਨੀਆਂ ਵੀ ਕਤਲਗਾਹਾਂ ਨੇ ਉਦੋਂ ਬਣਦੀਆਂ ਨੇ ਜਦੋਂ ਸਾਡੀ ਆਹ ਸੋਚ ਕਤਲਗਾਹ ਦਾ ਰੂਪ ਲੈਂਦੀ ਹੈ। ਤੇ ਜਦੋਂ ਵੀ ਬੰਦਾ ਬਾਹਰੋਂ ਕੋਈ ਧਰਮਸ਼ਾਲਾ ਬਣਾਏਗਾ, ਉਹਦੀ ਪਹਿਲਾਂ ਆ ਸੋਚ ਬਿਰਤੀ ਧਰਮਸ਼ਾਲਾ ਬਣੇਗੀ। ਬਾਬੇ ਨਾਨਕ ਨੇ ਕਿਹਾ ਵੀ ਨਹੀਂ, ਘਰ ਘਰ ਅੰਦਰ ਧਰਮਸ਼ਾਲ, ਹਰ ਇੱਕ ਜੀਵਨ ਦੇ ਘਰ ਦੇ ਵਿੱਚ, ਹਰ ਇੱਕ ਸੋਚ ਦੇ ਘਰ ਦੇ ਵਿੱਚ ਮੈਂ ਧਰਮਸ਼ਾਲਾ ਬਣਾ ਦਿਆਂਗਾ। ਜੀਵਨ ਧਰਮਸ਼ਾਲਾ ਬਾਬੇ ਨਾਨਕ ਨੇ ਬਣਾਈ। ਸਤਿਗੁਰ ਦੀ ਗੁਰਬਾਣੀ ਕਹਿੰਦੀ ਹੈ ਧਰਮ ਦੇ ਨਾਂ ਤੇ ਐਵੇਂ ਦੀਆਂ ਬੜੀਆਂ ਠੱਗੇ ਠੋਰੀਆਂ। ਜਿੱਥੇ ਗੁਰੂ ਨਾਨਕ ਸਾਹਿਬ ਨੇ ਕਿਹਾ ਮਾਨਸ ਖਾਣੇ ਕਰੇ ਨਿਵਾਜ, ਸਤਿਗੁਰ ਦੀ ਗੁਰਬਾਣੀ ਵਿੱਚ ਬੜਾ ਪਿਆਰਾ ਬਚਨ ਭਗਤ ਕਬੀਰ ਦਾ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਸੱਚ ਦਾ ਇਨਕਲਾਬ ਲੈ ਕੇ ਭਗਤ ਕਬੀਰ ਜੀ ਇਸ ਸੰਸਾਰ ਵਿੱਚ ਧਰਤੀ ਤੇ ਵਿਚਰਦੇ ਪਏ ਔਰ ਆਪਣੇ ਸਾਹਮਣੇ ਹੁੰਦੇ ਚੈਲੰਜਾਂ ਨੂੰ, ਹਰ ਚੈਲੰਜ ਨੂੰ ਐਕਸੈਪਟ ਕਰਕੇ
ਉਹਨਾਂ ਦਾ ਮੂੰਹ ਤੋੜ ਜਵਾਬ ਦਿੰਦੇ ਨੇ, ਭਲਿਓ ਨਹੀਂ, ਤੁਹਾਡਾ ਜੀਵਨ ਵਿੱਚ ਸੱਚ ਨਹੀਂ ਰਿਹਾ। ਜੀਵਨ ਦੇ ਵਿੱਚ ਸੱਚ ਨਾ ਹੋਣ ਦੇ ਕਾਰਨ ਤੁਸੀਂ ਬਾਹਰੋਂ ਬਹੁਤ ਧਰਮ ਦੇ ਨਾਂ ਤੇ ਕਰਮ ਕਰਦੇ ਹੋ। ਸਤਿਗੁਰ ਦੀ ਗੁਰਬਾਣੀ, ਬਾਸਨ ਮਾਂਜ, ਭਗਤ ਕਬੀਰ ਜੀ, ਬਾਸਨ ਮਾਂਜ ਜਲਾਵੇਂ ਉੱਪਰ ਕਾਠੀ ਧੋਏ ਜਲਾਵੇਂ। ਇੰਨੀ ਸੁਚਮਤਾ, ਇੰਨਾ ਵੱਡਾ ਧਰਮੀ ਹੋਣ ਦਾ ਦਾਵਾ ਕਿ ਭਾਂਡੇ ਵੀ ਧੋ ਕੇ ਰੱਖਣੇ ਚੁੱਲ੍ਹਿਆਂ ਤੇ। ਭਾਂਡਿਆਂ ਦੀ ਤੇ ਗੱਲ ਛੱਡੋ, ਭਗਤ ਕਬੀਰ ਕਹਿੰਦੇ ਜਿਹੜੀ ਲੱਕੜੀ ਬਾਲਦੀ ਹੈ, ਲੱਕੜੀ ਵੀ ਧੋਦੇ ਨੇ। ਸੁਚਮ ਇੰਨੀ ਹੈ। ਪਰ ਅੱਗੇ ਕੀ ਹੁੰਦਾ ਹੈ? ਬਸੁਦਾ ਖੋਦ ਕਰੇ ਦੋਏ ਚੂਲੇ ਸਾਰੇ ਮਾਨਸ ਖਾਵੇਂ। ਭਗਤ ਕਬੀਰ ਜੀ ਕਹਿੰਦੇ ਨੇ ਮੈਨੂੰ ਇਉਂ ਲੱਗਦਾ ਹੈ ਤੁਸੀਂ ਤੇ ਬੰਦੇ ਦਾ ਬੰਦਾ ਹੀ ਹਜਮ ਕਰੀ ਜਾ ਰਹੇ। ਦਰਅਸਲ ਬੰਦਾ ਹਜਮ ਕਰਨਾ ਜੀਵਨ ਨੂੰ ਗੁੰਮਰਾਹ ਕਰ ਦੇਣਾ, ਜੀਵਨ ਨੂੰ ਸੱਚ ਤੋਂ ਦੂਰ ਲੈ ਕੇ ਚੱਲਿਆ ਜਾਣਾ। ਬੰਦਾ ਖਾਧਾ ਗਿਆ। ਜਦੋਂ ਅਸੀਂ ਸਾਡਾ ਜੀਵਨ ਸੱਚ ਤੋਂ ਦੂਰ ਹੋ ਗਏ, ਮੰਨ ਲਓ ਅਸੀਂ ਖਾਧੇ ਗਏ, ਜਿਸ ਨੂੰ ਗੁਰਬਾਣੀ ਨੇ ਕਿਹਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਾ ਖਾਇਆ। ਮਾਇਆ ਕੀ ਸੀ? ਵਿਕਾਰੀ ਸੋਚ। ਜਦੋਂ ਉਹ ਸਾਡਾ ਜੀਵਨ ਉਸ ਵਿਕਾਰੀ ਸੋਚ ਵਿੱਚ ਚਲਾ ਜਾਂਦਾ, ਅਸੀਂ ਖਾਧੇ ਗਏ, ਭਾਵੇਂ ਅਸੀਂ ਕਿਤੇ ਵੀ ਬੈਠੇ ਹੋਏ ਹਾਂ, ਪਰ ਅਸੀਂ ਉਦੋਂ ਮਾਇਆ ਦੇ ਹੱਥੋਂ ਨੱਚਦੇ ਹੁੰਨੇ ਆ, ਮਾਇਆ ਦੇ ਹੱਥੋਂ ਖਾਧੇ ਜਾਂਦੇ ਹੁੰਨੇ ਆ, ਜਦੋਂ ਅਸੀਂ ਸੱਚ ਤੋਂ ਦਰਕਿਨਾਰਾ ਕਰ ਜਾਂਦੇ ਆ ਤੇ ਸਾਡੀ ਬਿਰਤੀ ਵਿੱਚ ਕਰਤਾਰੀ ਨਾ ਹੋ ਕੇ ਵਿਕਾਰੀ ਬਣ ਜਾਂਦੀ ਹੈ। ਐਵੇਂ ਦੀਆਂ ਬਿਰਤੀਆਂ ਦਾ ਜ਼ਿਕਰ ਬਾਬੇ ਨਾਨਕ ਨੇ ਇੱਥੇ ਕੀਤਾ। ਕਹਿਣ ਲੱਗੇ ਹੋ ਕੀ ਗਿਆ? ਧਰਮ ਦੇ ਨਾਂ ਤੇ ਗੁੰਮਰਾਹ ਹੋਇਆ ਬੰਦਾ। ਸਾਨੂੰ ਬਾਬੇ ਨਾਨਕ ਨੇ ਕਿਹਾ ਭਲਿਆ ਜੇ ਤੂੰ ਦਰਅਸਲ ਧਰਮ ਦੀ ਪਰਿਭਾਸ਼ਾ ਨਾ ਸਮਝ ਸਕਿਆ ਤੇ ਤੂੰ ਨਾਸਤਕ ਹੋ ਸਕਦਾ ਹੈ। ਅੱਜ ਬੰਦਾ ਕਿਉਂ ਇਧਰ ਨੂੰ, ਨੌਜਵਾਨ ਪੀੜ੍ਹੀ ਕਿਉਂ ਨਹੀਂ ਮੂੰਹ ਕਰਦੀ ਪਈ? ਦਰਅਸਲ ਜਿਹੜਾ ਧਰਮ ਅਸੀਂ ਅੱਜ ਜਦੋਂ ਦੱਸਦੇ ਹਾਂ ਉਹ ਸਾਡੇ ਤੋਂ ਜ਼ਿਆਦਾ ਸਿਆਣੇ ਕਹਿੰਦੇ ਨੇ ਵੀ ਜੇ ਤੁਹਾਡੇ ਧਰਮ ਦੇ ਆਹ ਪੈਰਾਮੀਟਰ ਨੇ ਨਾ, ਸਾਨੂੰ ਐਵੇਂ ਦਾ ਨਹੀਂ ਚਾਹੀਦਾ। ਅਸੀਂ ਉਹ ਯੂਨੀਵਰਸਲ ਟਰੁੱਥ ਨੂੰ, ਅਸੀਂ ਗੁਰੂ ਦੇ ਵਿਜ਼ਡਮ ਨੂੰ ਉਹਨਾਂ ਤੱਕ ਨਹੀਂ ਪਹੁੰਚਾ ਸਕੇ। ਗੁਰੂ ਨਾਨਕ ਸਾਹਿਬ ਜੀ ਨੇ ਅੱਜ ਰਹਿਮਤ ਕੀਤੀ, ਬੰਦਾ ਦਰਅਸਲ ਗੁੰਮਰਾਹ ਹੋ ਗਿਆ ਤੇ ਸਤਿਗੁਰ ਨੇ ਗੁੰਮਰਾਹ ਜਿਹੜੇ ਹੋ ਚੁੱਕੇ ਸਨ ਉਹਨਾਂ ਨੂੰ ਤੇ ਸਿੱਧੇ ਰਾਹ ਤੇ ਪਾਇਆ ਸੀ। ਤਾਂ ਹੀ ਤੇ ਅਸੀਂ ਕਹਿੰਦੇ ਹਾਂ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਭੁੱਲ ਗਏ ਸੀ ਮਾਰਗ ਤੋਂ, ਭੁੱਲ ਗਏ ਸੀ ਸੱਚ ਦਾ ਮਾਰਗ। ਭੂਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ। ਭੂਲੇ ਕੋ ਗੁਰ ਮਾਰਗ ਪਾਇਆ ਅਵਰ ਤਿਆਗ ਸਾਰਾ ਕੁਝ ਛਡਾ ਕੇ ਹਰ ਭਗਤੀ ਲਾਇਆ, ਸੱਚ ਦੇ ਨਾਲ ਜੋੜ ਦਿੱਤਾ। ਵੇਖੀ ਕਿਤੇ ਬਾਹਰੋਂ ਨਾ ਧਰਮੀ ਬਣੀ, ਜੀਵਨ ਵਿੱਚ ਧਰਮ ਲੈ ਕੇ ਆਵੀਂ। ਆਪਾਂ ਸ਼ਲੋਕ ਵੱਲ ਵਧੀਏ। ਕਹਿਣ ਲੱਗੇ ਬੰਦਾ ਗੁੰਮਰਾਹ ਹੋ ਗਿਆ। ਅੱਜ ਸੱਚ ਤੋਂ ਗੁੰਮਰਾਹ ਹੋਇਆ ਬੰਦਾ ਹੀ, ਜਿਹਦਾ ਕੱਲ ਵੀ ਜਸਮੀਤ ਵੀਰ ਜੀ ਨੇ ਜ਼ਿਕਰ ਕੀਤਾ, ਪੰਜਾਬ ਦੀ ਧਰਤੀ ਤੇ ਕੀ ਹੋ ਗਿਆ? ਸਾਡੀ ਕੌਮ ਨੂੰ ਗੁੰਮਰਾਹ ਕਰ ਦਿੱਤਾ ਗਿਆ। ਆ ਸੱਚ ਦੇ ਭੋਜਨ ਤੋਂ, ਸੱਚ ਦੇ ਖਜ਼ਾਨੇ ਦੇ ਨੇੜੇ ਆਉਣ ਹੀ ਨਹੀਂ ਦਿੱਤਾ ਗਿਆ। ਤੁਸੀਂ ਨਹੀਂ ਪੜ ਸਕਦੇ, ਅਸੀਂ ਤੁਹਾਨੂੰ ਸੁਣਾਵਾਂਗੇ। ਅਸੀਂ ਉਵੇਂ ਸੁਣਾਵਾਂਗੇ, ਉਵੇਂ ਨਹੀਂ ਸੁਣਾਵਾਂਗੇ ਜਿਵੇਂ ਤੁਸੀਂ ਸੁਣਨਾ ਚਾਹੁੰਦੇ ਹੋ। ਅਸੀਂ ਉਵੇਂ ਸੁਣਾਵਾਂਗੇ ਜਿਵੇਂ ਅਸੀਂ ਤੁਹਾਨੂੰ ਸੁਣਾਉਣਾ ਚਾਹੁੰਦੇ ਹਾਂ, ਤੇ ਅਸੀਂ ਉਵੇਂ ਸੁਣਾਉਣਾ ਚਾਹੁੰਦੇ ਹਾਂ ਜਿਹੜਾ ਸੁਣ ਕੇ ਤੁਸੀਂ ਸਾਡੇ ਤੋਂ ਬਾਹਰ ਨਾ ਜਾਓ, ਸਾਡੇ ਕੰਟਰੋਲ 'ਚ ਰਹੋ। ਮਤਾ ਕਿਸੇ ਤੁਸੀਂ ਆਪਣੀ ਮਰਜ਼ੀ ਵਰਤਣ ਲੱਗ ਪਵੋ। ਤੇ ਧਰਮ ਦੇ ਨਾਂ ਤੇ, ਦਰਅਸਲ ਧਰਮ ਦੇ ਨਾਂ ਤੇ ਦੁਨੀਆ ਨੂੰ ਡਰਾਇਆ ਹੀ ਗਿਆ, ਦੁਨੀਆ ਨੂੰ ਸਮਝਾਇਆ ਨਹੀਂ ਗਿਆ। ਧਰਮ ਕੋਲੋਂ ਦੁਨੀਆ ਨੂੰ ਡਰਾਇਆ ਗਿਆ, ਸਮਝਾਇਆ ਨਹੀਂ। ਬਾਬੇ ਨਾਨਕ ਨੇ ਸਮਝਾਇਆ ਸੀ। ਧਰਮ ਦੇ ਨਾਂ ਤੇ ਅੱਜ ਦਿਨ ਦਿਹਾੜ ਬਣਾ ਕੇ ਡਰਾ ਦਿੱਤੀ ਭੋਲੀ ਭਾਲੀ ਲੋਕਾਈ। ਧਰਮ ਦੇ ਨਾਂ ਤੇ ਸਾਡੇ ਵੀ ਦਿਨ ਦਿਹਾੜ ਬਣ ਗਏ, ਜਿਨ੍ਹਾਂ ਦੇ ਵਿੱਚ ਆ ਕੇ ਅਸੀਂ ਉਹਨਾਂ ਦਿਨਾਂ ਤੋਂ ਡਰਦਿਆਂ ਮਾਰਿਆਂ। ਮੱਸਿਆ ਸਭ ਤੋਂ ਵੱਡੀ ਸਮੱਸਿਆ ਅੱਜ ਸਾਡੇ ਲਈ ਬਣ ਚੁੱਕੀ ਹੈ, ਜਿਨ੍ਹਾਂ ਕਰਕੇ ਅਸੀਂ ਡਰਦੇ ਮਾਰਿਆਂ ਉਹ ਧਰਮ ਕਰਮ ਕਰਦੇ ਪਏ ਹਾਂ ਡਰ ਕੇ। ਤੇ ਸਤਿਗੁਰ ਦੀ ਗੁਰਬਾਣੀ ਕਹਿੰਦੀ ਏ ਹੋ ਕੀ ਰਿਹਾ ਜੀਵਨ ਜੀ। ਉਹ ਮੈਂ ਪੰਕਤੀ ਆਪਾਂ ਪਹਿਲਾਂ ਰੱਖ ਦਈਏ। ਮਾਨਸ ਖਾਣੇ ਕਰੇ ਨਿਵਾਜ, ਆ ਜਿਹੜਾ ਵੀ ਸੀਨ ਹੈ ਛੁਰੀ ਵਗਾਏ ਤਿਨਗਲ ਤਾਗ, ਇਹ ਕਿਉਂ ਹੋ ਗਿਆ? ਕਿਉਂਕਿ ਬਾਬਾ ਨਾਨਕ ਕਹਿੰਦਾ ਜਿਹੜਾ ਧਰਮ, ਜਿਹੜੇ ਕੁਦਰਤੀ ਨਿਯਮ, ਜਿਹੜੇ ਸੱਚ ਨੂੰ ਲਿਖ ਨਾਵੇਂ ਧਰਮ ਬਹਾਲਿਆ ਕਿਆ ਸੀ ਨਾਨਕ ਜੀਉ ਪਾਏ ਕੇ, ਜਿਸ ਨੂੰ ਜੀਵਨ ਦਾ ਇੱਕ ਹਿੱਸਾ ਬਣਾ ਕੇ ਰੱਖਿਆ ਸੀ, ਉਹ ਅੱਜ ਜੀਵਨ ਦਾ ਹਿੱਸਾ ਨਾ ਰਹਿ ਕੇ ਕੀ ਹੋ ਗਿਆ? ਸ਼ਰਮ ਧਰਮ ਕਾ ਡੇਰਾ ਦੂਰ, ਉਹ ਤੇ ਕਿਤੇ ਦੂਰ ਹੀ ਹੋ ਗਿਆ। ਸੱਚ ਦਾ ਡੇਰਾ
सच किनारे रह गया कूड़ फिरै प्रधान वे ला लो। वो सच ते किते दर किनारा करके सच तो कदों असी कंड करके चले गए। दिल खोटे आकी फिरन बन भार उचायन छटी है। कदों असी आकी हो गए, कदों असी गुरु वाल कंड करके चले गए, कदों असी सच नूं पिठ दे के चले गए, सानूं पता ही नहीं लग्या। सच तो दूर हो गए। पर बाबा नानक कहंदा की है, गुरु साहब कहंदे ने शर्म तो धर्म तो इन्ना दूर होने के बाद ही बंदा की कर रहा है, नमाज कर रहा है, ये पाठ कर रहा है, पाठ करवा रहा है, लड़ियां चलवा रहा है, ये धार्मिक स्थानां की सेवादारी लैण दे लई शराबां दे दौर चलवा रहा है। ते जीवन निकलिया ही होया, होर है की है, मानस खाधा गया। ये बनना चाहता है सेवादार, ओदे लई अपने मन दे करके गुरबाणी सिद्धांतां दा सच दा कतल करके सच दे सिर वढ़ के उन्होंने अपने पैरों हेठ दब के उस तख्त ते जाना चाहते। अज इन्ना नीवा जीवन। सतगुर की गुरबाणी कहती है भलिओ सच तो दूर होना ही साडा जीवन खाधा जाना है। इस करके गुरु साहब ने बार बार सानू जिक्र करवाया, एहसास करवाया, नह बिलंब धर्मं। बिलंब मतलब देरी, धर्मं मतलब सच नूं कमाउण दे लई, इंसानियत नूं अपने जीवन विच लैके आउण दे लई। इंसानियत आ जाएगी, जीवन धर्मशाला बन जाएगा। इंसानियत तो बड़ा कोई धर्म कोई नहीं। अपने फर्जां नूं पहचान सच दे प्रति। सतगुर दी गुरबाणी कहंदी भलिओ जीवन दे विच सच, जीवन दे विच धर्म। पर इत्थे श्लोक विच कह दिता शर्म धर्म का डेरा दूर, नानक कूड़ रहया भरपूर। हुण उस कूड़ भरपूर दे होण कारण वो धर्मी गुरु नानक साहब जिन्हां ते पैरामीटर ला रहे ने, जिन्हां दी तस्वीर साडे सामने लैके आउंदे पए ने, मना सुचेत हो, पहचान कर। जिन्हां नूं तू धर्मी समझी बैठे, दरअसल वो धर्म दा वस्त्र पा के बैठे ने, पर बाहर दिसे चानना दिल अंधियारी रात वाली गल बनी पई है। सतगुर दी गुरबाणी कहती है मानस खाने करे नवाज। नवाज केवल एक धर्म का शब्द लैके असीं उस फिरके नाल ही नहीं, नवाज एक धर्म के नां ते कीता जाण वाला कर्म। सिख रही है जदों तू भलिया सवेरे उठ के नितनेम दा गुटका हाथ च लैके उदों ते करदा पिया नवाज गुजार रहे हैं, इबादत कर रहे हैं, पर दिन चढ़े पता लगना है कि तू किसी ऐसा तो नहीं कि मानस ही खा रहे हैं। ऐसा ना होवे किते जीवन मानस खाने वाली दी कगार विच होवे, पर ओदा बारी बारी तौर विच तू कहे भी नहीं मैं धर्म दे नां ते धर्मी बनया पिया। फिर सतगुर कह लगे मानस खाने करे नवाज, छुरी बगायन तिन गल ताग। ते आपां पिछे जिक्र कर चुके हाँ, असंख मूर्ख अंध घोर, असंख चोर हराम खोर, असंख गल वड हत्या कमाही। दरअसल वो गल वड्डण वास्ते जिहड़ा शुरा चलाउंदे ने वो कूड़ दा ही शुरा है। कूड़ शुरा मुठा मुरदार, धन करूप रहा करतार। ते जड़ी छुरी झूठ दी चला के वो जिन्नी सुखैन तरीके नाल गल वड जांदे ने, पता भी नहीं लगन देंदे। सतगुर कहण लगे दरअसल छुरी वगायन, पर हाँ जदों तुसीं उन्हां दा बाहरी वेखोगे ना तन, धर्म दे नां दा धागा उन्हां दे शरीर दे तुहानूं मिलेगा। हुण धागा पा के सोच लो भी शायद ये बंदा धर्मी है। सतगुर कहण लगे नहीं, वो पैरामीटर होर ने जिन्हां नाल इन्हें धर्मी पहचान बनना जी। छुरी बगायन तिन गल ताग। अज बंदा बाहरों पंज ककार सजा के भी धर्म करम भरम करदा पिया है। अज पंज ककार सजा के भी ये देहधारियां नूं मनदा है, पंज ककार सजा के भी ये पुठे कर्म कांड करदा है। पर गुरु अर्जन देव पातशाह कहंदे भलिया कर्म धर्म पाखंड जो दिसै तिन जमजा गाती लूटै। किन्ना चंगा होवे निर्वाण कीर्तन गावो करते का, आहो ही धर्म सी। निमक सिमरत जो छूटै, एक निमक भी जे तू सच नूं कमा गया है, आ ख्यालां तो छुट जाएगा, आ भैड़ी विकार तो तेन छुड़ा लिया जाएगा। पर प्यारे इन बिद मिलन ना जाई। आ जिहड़े तू बना बैठे ना अडंबर, गुरु अर्जन देव पातशाह प्यारे
इंद बिद मिलन ना जाई, मैं किए करम अनेका। एक काम कर, गुरु दे कोल आ, गुरु सच, गुरु धर्मी, ते गुरु जीवन विच सच देना चाहुंदा है, ते गुरु दे कोल आके कर हार प्रयो स्वामी के द्वारे दीजै बुद्ध विवेका। गुरु साहब जी मैं सच नूं कमाउणा चाहुंदा, मैनूं विवेक बुद्ध दे दिओ। विवेक बुद्ध कई बार पिछे भी विचार हो चुकी, जिहड़ा झूठ ते सच दी पहचान करके सच नूं जीवन विच कमा लवे, दरअसल उदों विवेकी बनदे आ। झूठ फर्क चंगे दा ते बुरे दा ते सब नूं पता है, बुराई करने वाले नूं भी पता है कि यह बुराई है, पर दरअसल गल उदों बनदी है चंगी ते बुरी दी परख करके चंगियाई नूं जीवन विच लैके आया जावे, उदों कहने बंदा सियाणा। वो सियाणप दी पहचान है। ते सतगुरु कहने लगे धर्म इत्थे आके खलो गया। लोकां ने बाहरों बाहरों जीवन नूं एक धर्मी बना लग, पर जदों जीवन दे अंदर झात पार के वेखी, जिसनों सतगुरु दी गुरबाणी कहंदी सी उजल कहा चिलकना, घोटिम कालड़ी मस, धोतियां झूठ ना उतरै, जे सो धोवां तिस। ये किसे तुलंबे दी धरती ते उदों दी नहीं, गुरु नानक साहब उदों कह के चले गए। अज भी ये साडे जीवन ने, जिसनों बाबा नानक वेख के कहंदा है जीवन बाहरों उजल कहा चिलकना, पर जीवन दे विच घोटिम कालड़ी मस है। काली मस, काली शाही, ईरखा दी, नफरत दी, द्वैत दी, बैर विरोध दी, झूठ दी, फरेब दी, ये शाही साडे जीवन दे भांडे विच लगी हुई है, पर बाहरों बाहरों इनू बड़ा साफ करके रखिया गया है, बाहरों बड़ा चमकदा पिया। गुरु साहब सानू गुरु दे वेखण दा नजरिया है। गुरु तन नहीं वेखदा, गुरु मन वेखदा है। गुरु अख नहीं बदलदा, गुरु नजरिया बदल देंदा है। गुरु कान नहीं बदलदा, गुरु स्रोत बदल देंदा है, सुनन दा तरीका बदल देंदा, सुनना की है। गुरु जुबान नहीं बदलदा, ये लफ्ज बदल देंदा है, बोली बदल देंदा है, ये बोली विच प्यार भाव आ जांदा है। गुरु दिमाग नहीं बदलदा, गुरु सोच बदल देंदा है, सोच बदल देंदा है, सोच विच लिया के धर्म नूं बिठा देंदा है। जिहड़ा लोकां ने कि अज बंदा किथे जा रहा है, अज बंदा धार्मिक स्थानां ते आ रहा जी, धर्म कमाउण आए आ, किवें सेवा करके, झाड़ू पोचा ला के धर्म कमाण आए आ। तीर्थां ते जा जाके बंदा धर्म लभदा पिया, धर्म गवाच गया। दरअसल बंदा खुद ही गवाचिया सी और धर्म नूं जाके लभ रहा किते। गुरबाणी ने कहता तीर्थ जाओ ता हो करते, पंडित पूछो ता माया राती। जब मैं स्थानां ते जाके धर्म की गल करदा ते अगों हंकार दे बोल ही सुनन नूं मिलदे ने। दरअसल किसी भी स्थान ते कोई धर्म, कोई खास स्थान नहीं भी उस स्थान ते जाके असीं धर्मी बन सकते हैं। कोई ऐसा थां होवे जिथे जाके धर्म कमाया जाता है। हाँ, वो जिहड़े धार्मिक स्थान जिस धर्म की गल हुंदी है, उथों सीख के असीं अपने बाहर समाज विच विचर के जीवन विच उह धर्म नूं लभना सी। असीं उहनां चार दीवारियां च लभदे हां, बाहर निकल के उत्थे ही छड्ड आउंदे हां भी शायद बाहर है कोई। जीवन विच सच कमाउणा सी। गुरु साहब कह रहे ने जीवन वेखो, जो आ बचन रुक के पढ़ो ना, मानस खाने करे नवाज, कितना क्रांतिकारी वचन है। अज कितनी क्रांतिकारी गल कीती है गुरु नानक साहब जी ने। तो सतगुरु ने ते गुरबाणी दे विच कह दिता, भलिया तू संजम जरा रखना है। उदों तीन लोकी सन, कादी सी जिहड़ा मुखी सी धर्म दे नां ते, ब्राह्मण सी, जोगी सी। ये तिन्ना ने कहा भी असी धर्म के ठेकेदार। सतगुरु गुरु नानक साहब ने मर्द अगमड़ा बन के तिन्ना जे पाद उगेड़ दिते भी तुहाडे जीवन विच धर्म है, तुहाडे जीवन विच सच है। जीवन की है? काजी कूड़ बोलमल खाए, बामण नावे जियां घाए। बामण ते जियां दे रत दे विच नहारे है। हुण गुरु नानक साहब ने कहा कदी कोई बामण खून विच नहाता है? पर गुरु नानक साहब कहने नहीं, मैं देख रहा तू नहा रहे हैं। किद्दां नहा रहे हैं?
सोच करके मन करके पराए हक मार मार के उन्हां दी खून पसीना कमाई जड़ी करदे ने ओ कमाई करके तू उन्हां को डरा के तू लुट लेना ते उन्हां दा ते खून तू खा गया ना, उन्हां दा पसीने दी कमाई ते तू खा गया, उन्हां दे खून विच ते तू नहा गया ਜਿਹੜਾ ਉਹਨਾਂ ਨੇ ਕਮਾਈ ਨਾਲ ਆਪਣਾ ਜੀਵਨ ਸੋਹਣਾ ਬਣਾਉਣਾ ਸੀ। ਅੱਜ ਤਾਂ ਹੀ ਤੇ ਅੱਜ ਦੇ ਬਾਬੇ, ਅੱਜ ਦੇ ਧਰਮ ਦੇ ਠੇਕੇਦਾਰ ਆਮ ਭੋਲੀ ਪਾਲੀ ਲੁਕਾਈ ਨੂੰ ਗੁੰਮਰਾਹ ਬਣਾ ਕੇ ਆਪਣੇ ਐਸੇ ਸੁੰਦਰ ਸ਼ੀਸ਼ ਮਹਿਲ ਬਣਾ ਗਏ, ਆਪਣੀ ਗੱਡੀਆਂ ਸਵਾਰੀਆਂ ਬਣਾ ਗਏ। ਆਮ ਲੋਕੀ ਜਿਹੜੇ ਨੇ ਉਹ ਉੱਥੇ ਖੜੇ ਰਹਿ ਗਏ, ਬਲਕਿ ਉੱਥੋਂ ਵੀ ਹੋਰ ਡਾਊਨ ਹੋ ਗਏ, ਗੁੰਮਰਾਹ ਕਰ ਦਿੱਤਾ ਗਿਆ। ਬਾਬੇ ਨਾਨਕ ਨੇ ਸ਼ੁਕਰ ਕਰੀਏ ਸਾਨੂੰ ਗਿਆਨ ਦਾ ਖਜ਼ਾਨਾ ਬਖਸ਼ ਕੇ ਸਾਨੂੰ ਸੁਚੇਤ ਕੀਤਾ। ਮਨਾ ਵੇਖ, ਕਦੀ ਵੀ ਕਿਸੇ ਬੰਦੇ ਦੇ ਤਾਨੂੰ ਵੇਖ ਕੇ ਨਾ ਪੈਰਾਮੀਟਰ ਬਣਾ ਲਵੀਂ ਆ ਬੰਦਾ ਧਰਮੀ ਹੈ। ਸਤਿਗੁਰ ਦੀ ਗੁਰਬਾਣੀ ਵਿੱਚ ਬੜੇ ਗਊ ਬ੍ਰਾਹਮਣ ਕੋਕਰ ਲਾਵੋ ਗੋਬਰ ਤਰਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ ਧਾਨ ਬਲੇਛਾ ਖਾਈ, ਇਹ ਚੀਜ਼ਾਂ ਉਹਨਾਂ ਵਾਲੀਆਂ ਵਰਤ ਕੇ ਸਤਿਗੁਰੂ ਨੇ ਟਣਕਾ ਟਣਕਾ ਕੇ ਉਹਨਾਂ ਦੇ ਪਰਦੇ ਗੇੜੇ ਸਨ ਵੀ ਨਹੀਂ। ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾ ਘਰੇ ਮਸੀਤ, ਮਖੱਟੂ ਹੋਏ ਕੇ ਕੰਨ ਪੜਾਏ, ਫਕਰ ਕਰੇ ਔਰ ਜਾਤ ਗਵਾਏ। ਪਰ ਜਦੋਂ ਕੋਈ ਕਹਿੰਦਾ ਸੀ ਮੈਂ ਜੋਗੀ, ਕਿੱਦਾਂ ਜੋਗੀ ਜੀ, ਮੇਰੇ ਕੋ ਮੁੰਦਰਾ ਨੇ, ਮੇਰੇ ਕੋ ਜੋਗੀਆਂ ਵਾਲਾ ਲਿਬਾਸ ਹੈ, ਮੈਂ ਮਿਹਨਤ ਕਰ ਰਿਹਾ। ਪਰ ਸਤਿਗੁਰ ਕਹਿਣ ਲੱਗੇ ਨਹੀਂ, ਜਿਹੜਾ ਜੋਗੀ ਮੈਂ ਬਣਾਉਣਾ ਚਾਹੁੰਦਾ, ਜਿਹੜਾ ਧਰਮੀ ਮੈਂ ਬਣਾਉਣਾ ਚਾਹੁੰਦਾ, ਦਰਅਸਲ ਉਹਦੀਆਂ ਮੁੰਦਰਾ ਹੋਰ ਨੇ। ਮੁੰਦਾ ਸੰਤੋਖ, ਉਹ ਵੇਲੜ ਨਹੀਂ, ਸ਼ਰਮਪਤ ਝੋਲੀ, ਉਹਦੀ ਮਿਹਨਤ, ਉਹਦੀ ਹਾਰਡ ਵਰਕ, ਉਹਦੀ ਆਪਣੀ ਮਸ਼ੱਕਤ। ਮੇਰੇ ਜੋਗੀ ਦੀਆਂ ਤੇ ਨਿਸ਼ਾਨੀਆਂ ਆ ਨੇ, ਮੁੰਦਾ ਸੰਤੋਖ ਸ਼ਰਮਪਤ ਝੋਲੀ, ਗਿਆਨ ਕੀ ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਇੰਨਾ ਸਿੱਧਾ ਹੋਵੇ ਜਿੱਦਾਂ ਡੰਡਾ, ਏਦਾਂ ਉਹਦਾ ਪ੍ਰਤੀਤ ਫੇਥ ਵਿਸ਼ਵਾਸ ਹੋਵੇ। ਆ ਬਾਬੇ ਨਾਨਕ ਨੇ ਸਾਡੇ ਧਰਮ ਦੀ ਡੈਫੀਨੇਸ਼ਨ ਉਹਨਾਂ ਲੋਕਾਂ ਦੇ ਸਾਹਮਣੇ ਰੱਖੀ। ਜਿੰਨਾ ਚਿਰ ਸਾਡੇ ਜੀਵਨ ਦੇ ਵਿੱਚ ਉਹ ਚੀਜ਼ ਨਹੀਂ, ਦਰਅਸਲ ਧਰਮ ਦਾ ਸੰਬੰਧ ਸੁਰਤ ਨਾਲ, ਮਨ ਦੇ ਨਾਲ ਹੈ, ਤਾਂ ਫਿਰ ਸਤਿਗੁਰੂ ਨੇ ਜਿਹੜੇ ਬਾਹਰੋਂ ਟਣਕਾ ਟਣਕਾ ਕੇ ਪਾ ਜੁਗੇੜ ਦਿੱਤੇ। ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇਂ ਦੀਆਂ ਖਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ, ਕਾਲ ਨਾਹੀ ਜੋਗ ਨਾਹੀ ਸਤ ਕਾ ਢੱਬ, ਥਾਨਿਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ, ਕੱਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ। ਕਿੰਨੀ ਕਮਾਲ ਦੀ ਗੱਲ, ਅੱਜ ਹਿੰਦੁਸਤਾਨ ਦੇ ਵਿੱਚ ਧਰਮੀਆਂ ਦੀ ਘਾਟ ਕੋਈ ਨਹੀਂ। ਅੱਜ ਜਿਹੜੇ ਹਿੰਦੁਸਤਾਨ ਵਿੱਚ ਜਿਹੜੇ ਬਹੁਤੇ ਧਰਮੀ ਸਨ, ਜਿਨ੍ਹਾਂ ਦੇ ਕਈ ਫੋਲੋਅਰ ਸਨ, ਅੱਜ ਉਹ ਧਰਮੀ ਜੇਲ੍ਹਾਂ ਦੇ ਵਿੱਚ ਨੇ। ਸਭ ਤੋਂ ਵੱਡੇ ਧਰਮੀ ਤੇ ਜੇਲ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਸੀ। ਤੇ ਜਿੱਥੇ ਧਰਮੀ ਬੰਦੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਉਹ ਜੇਲ੍ਹਾਂ ਵਿੱਚ ਹੋਣ, ਸੋਚੋ ਮਾਨਵਤਾ ਦਾ ਕੀ ਹਾਲ ਹੋਏਗਾ। ਸਤਿਗੁਰ ਦੀ ਗੁਰਬਾਣੀ ਕਹਿੰਦੀ ਹੈ, ਭਲਿਓ ਜਿਹੜੇ ਲੋਕ ਅੱਖੀ ਤਾਂ ਮੀਟੇ ਨਾਕ ਪਕੜੇ, ਕਿਉਂ ਠੱਗਣ ਕੋ ਸੰਸਾਰ, ਦਰਅਸਲ ਤੇ ਲੋਕਾਂ ਨੂੰ ਸੰਸਾਰ ਨੂੰ ਠੱਗਦੇ ਪਏ ਨੇ। ਜਿਹੜੇ ਕਹਿੰਦੇ ਨਾ ਜੀ ਮੈਨੂੰ ਸ਼ਿਵਪੁਰੀ ਦੇ ਦਰਸ਼ਨ, ਮੈਨੂੰ ਸੱਚਖੰਡ ਦੇ ਦਰਸ਼ਨ, ਮੇਰਾ 10ਵਾਂ ਦਵਾਰ ਖੁੱਲਦਾ ਜੀ, ਇਉਂ ਮੈਂ ਅੱਖਾਂ ਮੀਟ ਕੇ, ਉਹ ਗੁਰੂ ਸਾਹਿਬ ਕਹਿਣ ਲੱਗੇ ਭਲਿਆ ਸੁਚੇਤ ਹੋ ਜਾਵੀਂ। ਵੇਖੀ ਕਿਤੇ ਤੂੰ ਉਹਨਾਂ ਦੀ ਕਤਾਰ, ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਸੁਣਦੇ ਆ ਨਾ ਜੀ, ਜਦੋਂ ਗੁਰੂ ਨਾਨਕ ਸਾਹਿਬ ਜਗन्नाथपुरी ਵੱਲ ਜਾਂਦੇ ਨੇ, ਪਾਂਡਾ ਸਾਹਮਣੇ ਬੈਠਾ ਹੈ, ਜਿਵੇਂ ਅੱਜ ਅਸੀਂ ਸਟੇਜਾਂ ਤੇ ਮੇਰੇ ਵਰਗੇ ਧਰਮ ਦੇ ਠੇਕੇਦਾਰ ਬੈਠ ਜਾਂਦੇ ਨੇ ਸਟੇਜ ਤੇ ਆਮ ਭੋਲੀ ਭਾਲੀ ਲੁਕਾਈ ਥੱਲੇ ਬੈਠੀ ਹੁੰਦੀ ਏ, ਅੱਖਾਂ ਮੀਟ ਰਿਹਾ, ਅੱਖਾਂ ਮੀਟ ਕੇ ਉਹਨੇ ਬੜਾ ਤਰੀਕਾ ਵਰਤਿਆ। ਕਹਿੰਦਾ ਵੀ ਸਾਰੇ ਅੱਖਾਂ ਮੀਟ ਕੇ ਮੇਰੇ ਨਾਲ ਬੋਲੋ ਵੀ ਸਾਨੂੰ ਸ਼ਿਵਪੁਰੀ ਦੇ ਦਰਸ਼ਨ ਹੋ ਰਹੇ ਨੇ। ਨਾ ਤੇ ਉਹ ਪੰਡਤ ਨੂੰ ਦਰਸ਼ਨ ਹੋ ਰਹੇ ਸਨ, ਨਾ ਆਮ ਲੋਕਾਈ ਨੂੰ ਦਰਸ਼ਨ ਹੋ ਰਹੇ ਸਨ, ਸਭ ਨੇ ਸਿਰ ਹਿਲਾਤਾ ਵੀ ਨਹੀਂ ਸੀ ਹੋ ਰਹੇ। ਉਹਨੇ ਕਿਹਾ ਤੇ ਕੰਮ ਨਹੀਂ ਬਣਨਾ। ਉਹਨੇ ਇੱਕ ਤਰੀਕਾ ਵਰਤਿਆ, ਕਹਿੰਦੇ ਕਿ ਜਿਹੜੇ ਲੋਕੀ ਪਾਪੀ ਨੇ, ਜਿਹੜੇ ਲੋਕੀ ਗੁਨਾਹਗਾਰ ਨੇ, ਦਰਅਸਲ ਉਹਨਾਂ ਨੂੰ ਸ਼ਿਵਪੁਰੀ ਦੇ ਦਰਸ਼ਨ ਹੋ ਹੀ ਨਹੀਂ ਸਕਦੇ। ਬਸ ਇੰਨੀ ਕਹਿਣ ਦੀ ਦੇਰ ਸੀ, ਅਗਲੀ ਜਵਾਰ ਉਹਨੇ ਜਦੋਂ ਪੁੱਛਿਆ ਸਾਰਿਆਂ ਨੇ ਕਹਿਤਾ ਵੀ ਹਾਂ ਸਾਨੂੰ ਸ਼ਿਵਪੁਰੀ ਦੇ ਦਰਸ਼ਨ ਹੋ ਗਏ। ਕਿਉਂ? ਕਿਉਂਕਿ ਜੇ ਉਹ ਕਹਿੰਦੇ ਵੀ ਨਹੀਂ ਹੁੰਦੇ ਪਏ ਤੇ ਪੰਡਤ ਨੇ ਕਹਿ ਛੜਿਆ ਵੀ ਤੁਸੀਂ ਪਾਪੀ ਹੋ, ਮੇਰੀ ਗਲਤੀ ਕੋਈ ਨਹੀਂ। ਸਭ ਨੇ ਇੱਕੋ ਗੱਲ ਵਿੱਚ ਕਹਿਤਾ ਵੀ ਹਾਂ ਸਾਨੂੰ ਦਰਸ਼ਨ ਹੋ ਗਏ। ਕਿਉਂ? ਕਿਉਂਕਿ ਅਸੀਂ ਧਰਮੀ ਬਣਨਾ ਚਾਹੁੰਦੇ ਆ, ਪਰ ਧਰਮੀ ਹੋਣਾ ਨਹੀਂ ਚਾਹੁੰਦੇ। ਬਸ ਉਹਨੇ ਤਰੀਕਾ ਵਰਤ ਲਿਆ।
ਉਹਦੀ ਵਾਹਵਾ ਹੋ ਗਈ। ਬਾਬਾ ਨਾਨਕ ਨੇ ਉੱਥੇ ਪਹੁੰਚੇ ਤੇ ਗੁਰੂ ਨਾਨਕ ਸਾਹਿਬ ਤੇ ਦਰਅਸਲ ਵਿਗੜਿਆ ਹੋਇਆਂ ਨੂੰ ਹੀ ਸਿੱਧੇ ਰਾਹ ਤੇ ਪਾਉਣ ਆਇਆ ਸੀ, ਜਿਨ੍ਹਾਂ ਦੇ ਪਿੱਛੇ ਇੰਨੀ ਦੀ ਦੁਨੀਆ ਸੀ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜੇ ਇਹਨਾਂ ਵਿੱਚੋਂ ਜਿਹਨੂੰ ਲੋਕੀ ਫੋਲੋ ਕਰਦੇ ਪਏ ਨੇ ਉਹ ਬੰਦਾ ਕਿਤੇ ਬਣਦੇ ਨਾ, ਇਹਦੇ ਸਾਰੇ ਫੋਲੋਅਰ ਜਿਹੜੇ ਨੇ ਨਾ ਉਹ ਆਪੇ ਹੀ ਬੰਦੇ ਬਣ ਜਾਣ। ਤੇ ਗੁਰੂ ਨਾਨਕ ਸਾਹਿਬ ਨੇ ਉਹ ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ, ਜਿਹੜਾ ਉਹਦੇ ਸਾਹਮਣੇ ਗੜਵਾ ਜਿਹਾ ਪਿਆ ਸੀ ਉਹਨੂੰ ਪਿੱਛੇ ਰੱਖ ਦਿੱਤਾ ਝੁਕਾ ਕੇ। ਉਹਨੇ ਅੱਖਾਂ ਖੋਲੀਆਂ ਤੇ ਕਹਿੰਦਾ ਵੀ ਸੰਤੋं के साथ मशकरी करनी अच्छी बात नहीं है। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨਹੀਂ, ਅਸੀਂ ਤੇ ਬਹੁਤ ਮਾੜੇ ਜਿਹੇ ਬੰਦੇ ਆ, ਪਰ ਤੁਹਾਡੇ ਬਚਨਾਂ ਤੋਂ ਸੁਣਿਆ ਤੁਸੀਂ ਖੁਦ ਵੀ ਸ਼ਿਵਪੁਰੀ ਦਰਸ਼ਨ ਕੀਤੇ ਨੇ ਤੇ ਇਹਨਾਂ ਲੋਕਾਂ ਨੂੰ ਵੀ ਸ਼ਿਵਪੁਰੀ ਦਰਸ਼ਨ ਕਰਵਾਏ ਨੇ। ਜਰਾ ਝਾਤ ਮਾਰੋ ਕਿਤੇ ਤੁਹਾਨੂੰ ਤੁਹਾਡੇ ਲਾਗੇ ਚਾਗੇ ਇਸ ਆਸ਼ਰਮ 'ਚ ਕਿਤੇ ਗੜਵਾ ਨਜ਼ਰ ਆਉਂਦਾ ਪਿਆ। ਉਹ ਨਾ ਤੇ ਕਿਸੇ ਨੂੰ ਸ਼ਿਵਪੁਰੀ ਦਾ ਪਤਾ ਸੀ ਤੇ ਨਾ ਕਿਸੇ ਨੂੰ ਬਸ ਅੱਖੀ ਤਾਂ ਮੀਟੇ ਨਾਕ ਪਕਣੇ ਠੱਗਣ ਕੋ ਸੰਸਾਰ, ਬਸ ਪੈਰੀ ਪੈ ਗਿਆ ਬਾਬਾ ਬਖਸ਼ ਲੋ। ਦਰਅਸਲ ਇਹ ਲੋਕੀ ਅੱਖਾਂ ਬੰਦ ਤੱਕਦੇ ਨੇ ਤੇ ਜਿਹੜਾ ਅੱਖਾਂ ਬੰਦ ਕਰਕੇ ਬੈਠ ਜਾਏ ਇਹ ਕਹਿੰਦੇ ਧਰਮੀ ਗੁਰੂ ਨਾਨਕ ਸਾਹਿਬ ਤੂੰ ਸੁਰਤ ਦੀ ਅੱਖ ਵੇਖ ਲੈਣਾ ਵੀ ਕਿਹਦੀ ਸੁਰਤ ਦੀ ਅੱਖ ਸਮਾਧੀ ਵਿੱਚ ਲੀਨ ਹੋਈ ਹੈ ਜਾਂ ਕਿਹਦੀ ਸੁਰਤ ਦੀ ਅੱਖ ਚਲਾਕੀ ਦੇ ਵਿੱਚ ਜਾਗਦੀ ਪਈ ਹੈ, ਖੁੱਲੀ ਹੋਈ ਹੈ। ਗੁਰੂ ਨਾਨਕ ਸਾਹਿਬ ਤੁਸੀਂ ਇਹਨਾਂ ਅੱਖਾਂ ਦੇ ਨਾਲ ਨਹੀਂ, ਤੁਸੀਂ ਸੁਰਤ ਦੀ ਅੱਖ ਨੂੰ ਵੇਖਦੇ ਹੋ ਕਿ ਸੁਰਤ ਦੀ ਅੱਖ ਦੇ ਵਿੱਚ ਕਿਹਦੇ ਗਿਆਨ ਹੈ ਤੇ ਕਿਹਦੇ ਸੁਰਤ ਦੀ ਅੱਖ ਦੇ ਵਿੱਚ ਵਹਿਮ ਦਾ, ਭਰਮ ਦਾ, ਅਗਿਆਨਤਾ ਦੀ ਗਿੱਡ ਆਈ ਹੋਈ ਹੈ। ਸਤਿਗੁਰ ਦੀ ਗੁਰਬਾਣੀ ਕਹਿੰਦੀ ਹੈ ਭਲਿਓ। ਬਸ ਆ ਸੀ ਅੱਜ ਦਾ ਆਪਾਂ ਜਿਹੜਾ ਸ਼ਲੋਕ। ਗੁਰੂ ਬਾਣੀ ਦੇ ਵਿੱਚ ਬੇਅੰਤ ਐਸੇ ਖਿਆਲ ਵੀ ਜਿਹੜੇ ਵੇਦਾਂ ਦੀ, ਪਾਠ ਦੀ। ਇੱਕ ਹੋਰ ਗੁਰੂ ਨਾਨਕ ਸਾਹਿਬ ਦਾ ਬਚਨ ਆਪਾਂ ਵਿਚਾਰਦੇ ਜਾਈਏ। ਜਿਹੜੇ ਧਰਮਾਂ ਦਾ ਪਾਠ ਕਰਕੇ, ਧਾਰਮਿਕ ਗ੍ਰੰਥਾਂ ਦਾ ਪਾਠ ਕਰਕੇ ਅਸੀਂ ਸੱਚ ਦਾ ਮਾਰਗ ਅਪਣਾਉਣਾ ਸੀ, ਹੋਇਆ ਪਤਾ ਕੀ? ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗੁਲ ਸਮਾਦਨ। ਆ ਬਗੁਲ ਸਮਾਧੀਆਂ ਸਾਡੀਆਂ ਬਣ ਕੇ ਰਹਿ ਗਈਆਂ। ਮੁਖ ਝੂਠ, ਵਿਭੂਖਣ ਸਾਰੰਗ, ਤ੍ਰਿਪਾਲ ਤੇ ਹਾਲ ਵਿਚਾਰਨ, ਗਲਮਾਲਾ ਤਿਲਕ ਲਿਲਾਟਨ, ਦੋ ਧੋਤੀ ਬਸਤਰ ਕਪਾਟਨ। ਗੁਰੂ ਨਾਨਕ ਸਾਹਿਬ ਹੱਸਦੇ ਨੇ ਭਲਿਆ ਜੇ ਤੈਨੂੰ ਕਿਤੇ ਪਤਾ ਲੱਗ ਜਾਏ, ਜੇ ਜਾਣਸ ਬ੍ਰਹਮੰ ਕਰਮੰ ਕਿ ਬ੍ਰਹਮ ਵਾਲੇ ਕਰਮ ਕਿਹੜੇ ਨੇ, ਧਰਮੀ ਬਣਨ ਵਾਲੇ ਫਰਜ਼ ਕਿਹੜੇ ਨੇ, ਕਿੰਨਾ ਕਰਮਾਂ ਨਾਲ ਧਰਮੀ ਬਣਿਆ ਜਾਂਦਾ। ਜੇ ਜਾਣਸ ਬ੍ਰਹਮੰ ਕਰਮੰ ਤੇ ਤੈਨੂੰ ਮੈਂ ਦਾਅਵੇ ਨਾਲ ਕਹਿਣਾ ਆ ਜਿਹੜਾ ਤੂੰ ਅਡੰਬਰ ਬਣਾ ਕੇ ਬੈਠਾ ਹੋਇਆ ਨਾ, ਇਹ ਸਾਰਾ ਕੁਝ ਤੂੰ ਆਪਣੇ ਆਪ ਚੁੱਕ ਕੇ ਸਮਾਨ ਬਾਹਰ ਛੋੜ ਦੇਗਾ। ਸਫੋਕੜ ਨੇਚੋ ਕਰਮੰ, ਤੈਨੂੰ ਆਪਣੇ ਆਪ ਯਕੀਨ ਹੋ ਜਾਏਗਾ ਵੀ ਆ। ਤੇ ਸਤਿਗੁਰ ਦੀ ਗੁਰਬਾਣੀ ਕਹਿੰਦੀ ਹੈ ਅੱਜ ਆਪਾਂ ਆਪਣੀ ਸਿੱਖੀ ਦਾ ਘਰ ਵੇਖ ਲਈਏ, ਇੰਨੇ ਧਾਰਮਿਕ ਸਥਾਨਾਂ ਦੇ ਪਾਠ, ਇੰਨੀਆਂ ਰਹਿਣ ਸਬਾਈਆਂ, ਇੰਨੀਆਂ ਲੜੀਆਂ ਕਿਉਂ ਨਹੀਂ ਹੋ ਪਾ ਰਿਹਾ? ਸਤਿਗੁਰ ਦੀ ਗੁਰਬਾਣੀ ਕਹਿੰਦੀ ਹੈ ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾ ਖਾਏ, ਉਗਵੇ ਸੂਰ ਨਾ ਜਾਪੇ ਚੰਦ, ਜੇ ਗਿਆਨ ਪ੍ਰਕਾਸ਼ ਅਗਿਆਤ ਮਿਟੰਤ। ਅੱਗੇ ਪਤਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਇਹ ਕਿਉਂ ਨਹੀਂ ਹੋ ਰਿਹਾ? ਵੇਦ ਪਾਠ ਸੰਸਾਰ ਕੀ ਕਾਰ। ਬਸ ਆ ਬਾਬੇ ਨਾਨਕ ਦਾ ਬੜਾ ਬਚਨ ਕਹਿ ਲਗੇ, ਬਸ ਧਾਰਮਿਕ ਗ੍ਰੰਥਾਂ ਦਾ ਪਾਠ ਕਰਨਾ ਲੋਕਾਂ ਵਾਸਤੇ ਇੱਕ ਕਾਰ ਬਣ ਕੇ ਰਹਿ ਗਿਆ। ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਿਤ ਕਰੇ ਵਿਚਾਰ, ਬਿਨ ਬੂਝੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਤਰਸ ਪਾਰ। ਬੁੱਝ ਕੋਈ ਨਹੀਂ ਰਿਹਾ, ਸਮਝ ਕੋਈ ਨਹੀਂ ਰਿਹਾ। ਬਾਣੀ ਪੜ ਲੈਣਾ ਵੱਖਰੀ ਗੱਲ ਹੈ, ਬਾਣੀ ਸਮਝ ਲੈਣਾ ਵੱਖਰੀ ਗੱਲ ਹੈ। ਤੇ ਬਾਬਾ ਨਾਨਕ ਕਹਿੰਦਾ ਮੈਂ ਵੇਖ ਰਿਹਾ ਅੱਜ ਇਹ ਵੇਦ ਪਾਠ ਸੰਸਾਰ ਕੀ ਕਾਰ ਬਣ ਕੇ ਰਹਿ ਗਏ ਨੇ। ਬਸ ਇੱਕ ਬਿਜ਼ਨਸ, ਇੱਕ ਕਾਰੋਬਾਰ ਬਣ ਕੇ ਰਹਿ ਗਿਆ। ਮੈਂ ਮਾਫੀ ਚਾਹੁੰਦਾ, ਕਿਤੇ ਨਾ ਕਿਤੇ ਅਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਗਏ। ਸਾਡੇ ਧਾਰਮਿਕ ਸਥਾਨਾਂ ਤੇ ਚੱਲਦੀਆਂ ਲੜੀਆਂ ਉਹ ਇੱਕ ਕਾਰੋਬਾਰ ਦਾ ਸਾਧਨ, ਪਰ ਉਹਨਾਂ ਵਿੱਚੋਂ ਜਿਹੜਾ ਬੁੱਝ ਕੇ ਸੱਚ ਦਾ ਗਿਆਨ ਲੈ ਕੇ ਜੀਵਨ ਵਿੱਚ ਆਉਣਾ ਸੀ ਉਹ ਅਸੀਂ ਨਹੀਂ ਕਰ ਪਾਏ। ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜੀਵਨ ਵਿੱਚ ਸੱਚ ਕਿਉਂ ਨਹੀਂ ਆ ਰਿਹਾ? ਕਿਉਂਕਿ ਜੀਵਨ ਦੇ ਵਿੱਚ ਉਸ ਨੂੰ ਕੇਵਲ ਇੱਕ ਰੋਜੀ ਬਣਾ ਕੇ ਅੰਤਰ ਅਗਿਆਨ ਲੈ ਕੇ ਉਧਰ ਭਰਨ ਕੇ ਤਾਈ ਪਾਠ ਪੜੇਗਾ ਵਾਰੀ। ਸਤਿਗੁਰ ਦੀ ਗੁਰਬਾਣੀ ਕਹਿੰਦੀ ਹੈ ਕੇਵਲ ਉਧਰ ਪੂਰਤੀ ਲਈ ਬੰਦਾ ਅੱਜ ਉਹਨਾਂ ਪਾਠ ਪੂਜਾ ਕਰਦਾ ਪਿਆ, ਪਰ ਉਹ ਪੜਨ ਦੇ ਲਈ ਹੈ, ਪੜਾਉਣ ਦੇ ਲਈ ਹੈ, ਪਰ ਗੁਰਬਾਣੀ ਸੀ ਕਮਾਉਣ ਦੇ ਲਈ। ਅਸੀਂ ਗੁਰਬਾਣੀ ਨੂੰ ਕਮਾਉਣਾ ਸੀ,
पर गुरबाणी तो कमाया जा रहा है, गुरबाणी तो कमाया जा रहा है, गुरबाणी नूं नहीं कमाया जा रहा। तो गुरु नानक साहब कहने के बस तो फिर ओबवियसली गल है जे जीवन विच इन्नी गिरावट है, नहावन चले तीर्थी मन खोटे तन चोर, आ सारियां गल्लां तां ही सतगुरु ने कहा सी भलियो जीवन इउं ही खाते जा रहे ने, जीवन इउं बुराई दे हथों, जीवन इउं एवें नहीं कोई सचखंड किते बाहर, जीवन दे विच ही वो किते सच दा एक खंड आ जाए, जीवन सचखंड बन जाना है। दरअसल असी जिस गुरबाणी कहती है शर्म धर्म का डेरा दूर, नानक कूड़ रहा भरपूर। इस तो जिहड़ियां अगलियां पंक्तियां ने जो उन्होंने विचारते हैं, सतगुरु की गुरबाणी कहती है मथे टिक्का पहने हुए ने धार्मिक वस्त्र, मथे टिक्का तेड़ धोती कखाई, हाथ छुरी जगत कसाई, नील वस्त्र पहरो, फिर उन्हां दी मर्जी दा बाणा पा लेना। अज सिख कौम केवल हथियारां ते खड़ी हो गई है, केवल हथियार फड़न चौकी रह गई है, विचार वाला पक्ष इहदा बिल्कुल ढिला पै गया है। उस केवल हथियार दे नाल विचार दे विचों किरदार बनदा सी। जदों गुरबाणी दे सिੱਖੀ सिੱਖਿਆ गुर विचार उस विचार नाल एक किरदार बनाउंदा सी, किरदार दे विचों फिर सरदार जन्म लैंदा सी। पर अज वो केवल विचार वाला पक्ष छड़ के ये हथियार चुक लिया ते लोकां ने आ मैनू कह दिता भी ये केवल अतवादी ने, ये केवल रोला पाने वाले ने, लड़ाइयां करने वाले ने। पर वो साडा किरदार असी अपना सामने ना लैके आ सके। फिर सतगुरु की गुरबाणी कहती है कितना बड़ा भुलेखा है धर्म के नां ते, अभाख्या का कुट्टा बकरा खाना, उथे ते उन्हां दी उदों दे हालात बयान कीते। एक गल होर, जदों साडे वड्डे वड्डे धार्मिक आगू चिट्टा वेचण वालियां दे घर जा के उन्हां दे घर जाके अरदासां करदे ने, उन्हां दे दित्तियां होईयां लिफाफे लेंदे ने, ते सतगुरु की गुरबाणी कहदी कूड़ी रास कूड़ा व्यापार। क्यों? क्योंकि जिन्हां दे घर उदों दी गल करिए जिहड़े ब्राह्मण उन्हां दे घर जा के जिन्हां नूं कहंदा सी लोकी मलेश ने, पर गुरु नानक साहब कहने कि तू भी तो उन्हां दे घर जाके पुराण पढ़दा है, उथों फिर अपनी पैसे लैके आउंदा है। एक बंदे कहने भी ये जोर जुलम करते ने, दूजा उन्हां कोलों कमाइयां कर रहा, ते तेरे ते भी फिर उहो जिहा असर होना है, जिहो जिहा अन्न उहो जिहा मन। ते जदों मेरे वर्गे धर्मी बंदा एवें लोकां दे घर जा के उन्हां दियां कमाइयां जिहड़ियां सच ते नहीं उन्हां दे लैंदा है, ते सतगुरु की गुरबाणी कहंदी है असर पएगा। कूड़ी रास कूड़ा व्यापार, कूड़ बोल करे आहार, केवल एक झूठ बोल बोल के ही अपना आहार करदा पिया। ते फिर कहंदा की है, उथे उन्हां दी बोली दा बनाया होया मांस मिट खाओ ने, ते घर आके कहंदा है मैं कारां कढ के चौंका बनाया होया है, मता कोई इस चौंके दे लागे आके इनू भ्रिष्ट ना कर दे। देखे चौंका कड्डी कार, गुरु नानक साहब कह लगे ऊपर आए बैठे कुड़ियार। किन्नी कमाल दी गल है, जिहड़े थां नूं पोचा ला के सुचम करके बाबा नानक कहंदा उत्ते ते जूठा बैठ गया है, थां सुची किवें रह गई। बैठन वाला ते झूठा है ना, बैठन वाला ते झूठा है, थां सुची किवें रह गई। भलिया आ थावां दे नाल सुचमता नहीं मिलदी, थावां दे विचों कदी सच नहीं मिलदा। दरअसल तू जीवन नूं इन्ना सोहना बना, जीवन नूं इन्ना चंगा बना, जिथे तेरा जीवन जाए ओ थां तीरथ बन जाए। असीं एवें ते नहीं कहंदे जिथे जाए बहै मेरा सतगुरु, सुथान सुहावा राम राजे। गुरु दा जीवन सुहावा है, गुरु दा जीवन सोहना है, इस करके गुरु ने जिथे भी पैर पाए ने वो थां पूजन जोगा हो गई। असी की चाहते हैं, असी थावां ते जाके अपना जीवन बनाना चाहते हैं। गुरबाणी कहती है तू जीवन बना, तू बना के जीवन जिथे भी जाके बैठेगा, जिथे जाए बहिए भला कहिए, चोल अमृत पीजै, गुणा कहो वे वासला कट वास लई जाए। जिधर सच नूं कमा के तू जिथे बैठेगा वो थां आप ही बन जानी है, बस तेरा जीवन बढ़िया होना चाहिए। सतगुरु की गुरबाणी मत पिट्टै वे मत पिट्टै, ये अन असाडा फिट्टै। सतगुरु कहने लगे तन दी ते गल छड्ड, होया कि तन फिट्टै, आ तन भी तेरा भ्रिष्टिया गया, मत भी भ्रिष्ट हो गई, फेड़ करेन भैड़ा तू कर रहा है, मन झूठा है,
मन विच झूठ है, तू बाहरों चूड़ियां भरदा पे है। दरअसल सतगुरु ने आखिर विच फैसला दे दिता, कहो नानक सच ध्याइए। ध्याइए दा मतलब ये नहीं जुबानी जुबानी ध्याइए, जीवन नू सच नू जीवन विच कमाइए। फिर किसी सुच होवे तां ਆਪਾਂ विश्राम कई बार साडे अणगहली विच असीं विश्राम नहीं ला पाउंदे, असीं कह दिंदे सुच होवे तां सच पाइए। सतगुरु कहंदे ना भलिया, फिर तो सच छोटा हो गया, सोच वड्डी हो गई, तो जिंदगी लंघ जाएगी, सुचमता कदी आ ही नहीं सकती। क्योंकि तन ते तन की सफाई हुंदी है, सुरत की सुचमता हुंदी है, तन की कदी सुचमता नहीं है। क्योंकि सतगुरु की गुरबाणी कहती है जेड़े माता पिता तो तन जन्मिया वो भी झूठे ने, तू इनू किवें सुचा कर सकता है। सुचमता करना है, भांडा धोए बैस धूप देवो, तो दूधे को जावो, दूध करम फुर सुरत समायण होए निराश जमावो। भांडा अच्छा सोए जो तिस भावसी, भांडा आत्मलीन धोता अच्छा ना होसी, गुरु द्वारा होए सोजी पाएसी, एत द्वारा धोए अच्छा होसी। आ तेरी सोच ने इउं अच्छा होना वा। असीं किद्दां पढ़ना है, को नानक सच ध्याइए सुच होवे तां सुचमता है, तां पवित्रता है, तां तेरे जीवन विच निर्मलताई है, तां तेरे जीवन विच चंगियाई है कि सच पाई है। जिस दिन तू जीवन विच सच नूं प्राप्त कर लिया, सच नूं प्राप्त कर लिया, बाबे नानक ने क्या बस आ पैरामीटर है धर्मी होने दा, जीवन विच सच लैके आउण दा। नहीं तां सच दे नां ते दावे कर करके लोग जीवन नूं खा गए ने, जीवनां नूं गुमराह कर गए ने। आम भोली भाली लुकाई उन्हां दी गल्लां विच आके सच दे मार्ग तो दूर हो के कुमार्ग ते पै गई है। पर गुरबाणी कहती है एवें ना वेखी सुचमता रखदा फिरे, किसी सरोवरां में जाके सुचमता कर लें भी उत्थे जाके इशनान बहुत जरूरी है, सुचमता हो जाती है। नहीं, भगत कबीर कहते हैं जल के मजन जेगत होवे, नित नित मैंडुक नावे, जैसे मैंडुक तैसे ओए नर, फिर जोनी आवे। बस चंगा होवे जे जीवन विच सच लैके आवे, ते जिदन सच आ गया सुच होवे तां बस उदन सुच हो गया, सुरत सुची हो जानी है। जिदन सोच, मैं फिर दोहरा दियां, तन कदी भी सुचा नहीं हुंदा, तन साफ हुंदा है, सुरत सुची हुंदी है, वो भी सच नाल, गुरु दे ज्ञान दे नाल, गुरु दी रहमत दे नाल। बस आपां इह यतन करिए। गुरु साहब सानू जेड़े जिम्मेवार बंदे ने, सब तो पहला असीं खुद अपनी ਇਹਦੇ प्रति अपने फर्जां दे प्रति पहचान समझ करिए। किते ऐसा ना होवे असीं भी किते मानस खाने बाबा नानक साडे ते भी पैरामीटर सही टुकदे होण कि नहीं भलिया तू जपजी साहब ते कर रहे हैं पर मैनूं इउं लगदा है तू मानस ही खा रहे हैं, भाव लोकां दे हक खा रहे हैं, ठगी खा रहे हैं, फरेब दे नाल कमाई कर रहे हैं, पाप कमा के तू अपना धन इकट्ठा कर रहे हैं। ते बस वो जिदन दूजियां दे मूंह दियां खो के तू अपनियां दे मूंह च विच पाएगा ना, ते सतगुरु दी गुरबाणी ने कह देना बस तू समझ लवें जिन्नियां मर्जी। उन्होंने कहता थी छुरी वगाए तिनगल ताग, ते तेरे भी तन ते गात्रा जिहड़ा ताग ही है, ते गात्रे पा के ना छुरियां चलाई, गात्रे पा के ना तू अतेगा वहाई कूड़ दियां, नहीं ते ककार पा के सोहना लगेगा। बाबा नानक कहंदा मैनू ते तेरा रूप भी बड़ा डरावना नजर आउंदा पिया, कूड़ छुरा मुठा मुरदार धानक रूप रहा करतार, ये ना बन जाइए। सतगुरु जी रहमत करन सानू सबना नू। कहो नानक सच ध्याइए सुच होवे तां सच पाइए, उस सच नाल जुड़ जाइए ताकि जड़ा शर्म धर्म का डेरा दूर साडे तो हो गया है, वो मुड़ जड़ा नानक जी उपाय के लिखनावे धर्म बहालिया सी, मुड़ उस धर्म दे विच प्रवेश करके असी धर्मखंड विचों प्रवेश करके ज्ञान की बांह फड़ के शर्म दे नाल गुरु दी करम नूं मान के जीवन नूं सचखंड बना लईए, ताकि जड़ा हुक्म रजाई चलना नानक लिखिया नाल उस हुक्म की पहचान करके असी धर्मी बन सकीए। इतनी को बेनतियां प्रवान जी, भुला चुकां दी खिमा। बस अपने जड़े को विचार हैं वो विचार दे के ते आपां फतेह दी सांझ करके क्लास की समाप्ति करते हैं। वाहिगुरू जी का खालसा, वाहिगुरू जी की फतेह।